ਸੁਖਮਣੀ ਸਾਹਿਬ ਬਾਣੀ ਦੀ ਚੱਲਦੀ ਲੜੀਵਾਰ ਵਿਚਾਰ ਵਿੱਚ ਅੱਜ ਪੰਜਵੀਂ ਅਸ਼ਟਪਦੀ ਦੇ ਪਹਿਲੇ 4 ਪਦੇ ਔਰ ਸ਼ਲੋਕ ਆਪਾਂ ਆਪਣੇ ਧਿਆਨ ਹਿਤ ਸਮਝਣ ਦਾ ਯਤਨ ਕਰਨਾ ਹੈ। ਇਹਨਾਂ ਸ਼ਬਦਾਂ ਵਿੱਚ ਜੋ ਸਮੁੱਚਾ ਭਾਵ ਉੱਭਰਦਾ ਹੈ ਉਹ ਮਨੁੱਖ ਦੇ ਮਨ ਦੀ ਇੱਕ ਐਸੀ ਦਸ਼ਾ ਵਰਣਨ ਕੀਤੀ ਗਈ ਹੈ ਜਿਵੇਂ ਕੋਈ ਵਿਅਕਤੀ ਬਹੁਤ ਬੇਅੰਤ ਖਜ਼ਾਨਿਆਂ ਦੇ ਉੱਤੇ ਬੈਠਾ ਹੋਵੇ ਪਰ ਉਸ ਦੀ ਅੱਖ ਬੰਦ ਹੈ, ਉਹ ਸੁੱਤਾ ਹੋਇਆ ਹੈ, ਉਹ ਨੀਂਦ ਵਿੱਚ ਹੈ। ਹੀਰੇ ਜਵਾਹਰਾਤਾਂ ਦੇ ਢੇਰ ਤੇ ਬੈਠ ਕੇ ਵੀ ਉਸ ਨੂੰ ਉਹਦੀ ਸਮਝ ਨਹੀਂ। ਇਸ ਪੰਜਵੀਂ ਅਸ਼ਟਪਦੀ ਵਿੱਚ ਅਕਾਲ ਪੁਰਖ ਵੱਲੋਂ ਜੋ ਸਾਨੂੰ ਦਾਨ ਬਖਸ਼ਿਸ਼ਾਂ ਕੀਤੀਆਂ ਗਈਆਂ ਨੇ, ਜਿਨ੍ਹਾਂ ਬਾਰੇ ਅਸੀਂ ਸੁੱਤੇ ਪਏ, ਜਿਨ੍ਹਾਂ ਬਾਰੇ ਅਸੀਂ ਜਾਗਦੇ ਨਹੀਂ, ਸਾਡੀ ਹਾਲਾਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਵਿਸ਼ੇਸ਼ ਤੌਰ ਤੇ ਬਿਆਨ ਕਰਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਏਕ ਅਚੰਭੋ ਦੇਖਿਆ ਹੀਰਾ ਹਾਟ ਬਿਕਾਏ। ਕਬੀਰ ਸਾਹਿਬ ਕਹਿੰਦੇ ਅਸੀਂ ਇੱਕ ਹੈਰਾਨੀ ਭਰੀ ਗੱਲ ਵੇਖੀ। ਕਹਿੰਦੇ ਨੇ ਇੱਕ ਦੁਕਾਨ ਸੀ ਸੌਦੇ ਵਾਲੀ, ਸਧਾਰਨ ਜਿਹੀਆਂ ਚੀਜ਼ਾਂ ਉਹਦੇ ਤੇ ਵਿਕਦੀਆਂ ਸਨ, ਪਰ ਅਸੀਂ ਹੈਰਾਨ ਰਹਿ ਗਏ। ਉੱਥੇ ਵਿੱਚ ਉਸਨੇ ਹੀਰਾ ਰੱਖਿਆ ਹੋਇਆ ਸੀ ਤੇ ਹੀਰਾ ਤੇ ਬੜਾ ਕੀਮਤੀ, ਛੋਟਾ ਜਿਹਾ ਟੁਕੜਾ ਹੀਰੇ ਦਾ ਲੱਖਾਂ ਦਾ, ਕਰੋੜਾਂ ਦਾ, ਅਰਬਾਂ ਦਾ ਹੈ। ਪਰ ਕਹਿੰਦੇ ਉਸ ਦੁਕਾਨਦਾਰ ਨੂੰ ਪੁੱਛਿਆ, ਇਹ ਹੀਰਾ ਵੀ ਤੂੰ ਵੇਚੇਂਗਾ? ਉਹ ਕਹਿੰਦੇ ਹੀਰਾ ਕੀ ਹੁੰਦਾ, ਇੱਕ ਛੋਟਾ ਜਿਹਾ ਰੋੜਾ, ਜਿਹਨੇ ਲੈਣਾ ਲੈ ਜਾਓ, 2 ਪੈਸੇ ਦਾ ਹੋਵੇ। ਪਤਾ ਨਹੀਂ ਉਸ ਨੂੰ, ਕੀਮਤ ਨਹੀਂ, ਸਾਰ ਨਹੀਂ। ਉਸ ਨੂੰ ਵੀ ਅੱਗੋਂ ਜਿਹਨੇ ਵੇਚਿਆ ਉਹ ਵੀ ਕੋਈ ਗਧਾ ਵਾਹੁਣ ਵਾਲਾ ਸੀ ਤੇ ਗਧਾ ਵਾਹੁੰਦਿਆਂ ਵਾਹੁੰਦਿਆਂ, ਮਿੱਟੀ ਢੋਂਦਿਆਂ, ਮਿੱਟੀ ਪੁੱਟਦਿਆਂ ਜ਼ਮੀਨ ਵਿੱਚੋਂ ਕਿਤੇ ਉਸ ਨੂੰ ਉਹ ਹੀਰਾ ਮਿਲਿਆ ਸੀ। ਉਹਨੇ ਚੁੱਕ ਲਿਆ, ਪਤਾ ਉਹਨੂੰ ਵੀ ਨਹੀਂ ਇਹਦੀ ਕੀਮਤ ਕਰੋੜਾਂ ਰੁਪਏ ਹੈ। ਉਹਨੇ ਵੀ ਸੋਚਿਆ ਪੱਥਰ ਬੜੇ ਵੇਖੇ ਨੇ ਪਰ ਇਸ ਵਰਗਾ ਪੱਥਰ ਕਦੀ ਨਹੀਂ ਵੇਖਿਆ। ਥੋੜਾ ਜਿਹਾ ਚੰਗਾ ਜਾਣ ਕੇ ਜੇਬ ਵਿੱਚ ਪਾ ਲਿਆ, ਗਧੇ ਦੇ ਗਲ ਨਾਲ ਬੰਨ੍ਹ ਦਿੱਤਾ ਤੇ ਉਸਨੇ ਇੱਕ ਦਿਨ ਦੁਕਾਨਦਾਰ ਨੂੰ ਕਿਹਾ ਵੀ ਤੂੰ ਆ ਇੱਕ ਟੁਕੜਾ ਹੈ ਛੋਟਾ ਜਿਹਾ, ਤੂੰ ਰੱਖ ਲੈ, ਮੈਨੂੰ ਥੋੜਾ ਜਿਹਾ ਸੌਦਾ ਦੇ। ਨਾ ਦੁਕਾਨਦਾਰ ਨੂੰ ਸਮਝ, ਨਾ ਵੇਚਣ ਵਾਲੇ ਨੂੰ ਸਮਝ, ਕਿਸੇ ਨੂੰ ਪਤਾ ਹੀ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਅਚਨਚੇਤ ਸਾਨੂੰ ਇਹ ਮਨੁੱਖੀ ਸਰੀਰ ਰੂਪੀ ਹੀਰਾ ਪਰਮਾਤਮਾ ਨੇ ਬਖਸ਼ਿਸ਼ ਕੀਤਾ। ਅਚਨਚੇਤ ਇਹਦੀ ਕੀਮਤ ਬਾਰੇ ਅਸੀਂ ਜਾਣਦੇ ਨਹੀਂ ਹਾਂ। ਇਹ ਦਾਨ ਉਹਨੇ ਤਰੁੱਠ ਕੇ ਦੇ ਦਿੱਤਾ, ਬਖਸ਼ਿਸ਼ ਕਰਕੇ। ਬੜਾ ਹੀ ਕੀਮਤੀ ਹੈ ਇਹ ਸਰੀਰ ਤੇ ਇਹਦੇ ਵਿੱਚ ਇਸ ਤੋਂ ਵੀ ਕੀਮਤੀ ਹੈ ਇਹਦੇ ਸਵਾਸ। ਪਰ ਸਮਝ ਨਾ ਹੋਣ ਕਰਕੇ ਇਹਨੂੰ ਇਸੇ ਤਰ੍ਹਾਂ ਅਸੀਂ ਜੀਵਨ ਦੇ ਵਿੱਚ ਖਿਲਾਰ ਖਿਲਾਰ ਕੇ ਬਰਬਾਦ ਕਰ ਰਹੇ। ਇਸ ਨੂੰ ਕਿਹਾ ਕਬੀਰ ਏਕ ਅਚੰਭੋ ਦੇਖਿਆ। ਅਚੰਭੋ ਦਾ ਅਰਥ ਹੈ ਹੈਰਾਨੀ ਵਾਲੀ ਗੱਲ ਦੇਖੀ ਹੈ। ਕਹਿੰਦੇ ਹੀਰਾ ਹਾਟ ਬਿਕਾਏ। ਆ ਇੱਕ ਸਿੱਧਾ ਸਾਦਾ ਸਰੀਰ ਜਿਹਦੇ ਬਾਰੇ ਅਸੀਂ ਕੱਖ ਨਹੀਂ ਜਾਣਦੇ, ਇਹਦੇ ਵਿੱਚ ਇੱਕ ਹੀਰਾ ਹੈ, ਪਰਮਾਤਮਾ ਦੀ ਯਾਦ ਦਾ ਹੀਰਾ, ਉਹਦੇ ਪ੍ਰੇਮ ਦਾ ਹੀਰਾ। ਪਰ ਵਣਜਣ ਹਾਰੇ ਬਾਹਰਾ, ਕੋਈ ਗ੍ਰਾਹਕ ਹੀ ਕੋਈ ਨਹੀਂ ਇਹਦਾ। ਪਰਮਾਤਮਾ ਦੇ ਨਾਮ ਦੇ ਹੀਰੇ ਨੂੰ ਖਰੀਦਣ ਵਾਲਾ ਗ੍ਰਾਹਕ ਕੋਈ ਤਿਆਰ ਕਰਨਾ ਬੜੀ ਮੁਸ਼ਕਲ ਹੁੰਦਾ ਹੈ। ਇਹਨੂੰ ਕੌਣ ਖਰੀਦਦਾ? ਜਿਹੜੇ ਤਾਂ ਲੋਕ ਸੰਸਾਰੀ ਨੇ ਉਹਨਾਂ ਨੇ ਤੇ ਖਰੀਦਣਾ ਹੈ। ਕਿ ਇਹ ਧਾਰਮਿਕ ਜਗਤ ਵੀ ਨਾਮ ਦਾ ਹੀਰਾ ਖਰੀਦਣ ਦੀ ਗੱਲ ਘੱਟ ਹੀ ਕਰਦਾ ਹੈ, ਉੱਥੇ ਵੀ ਬੜੇ ਘੱਟ ਗਾਹਕ ਨੇ। ਇਸ ਹੀਰੇ ਨੂੰ ਲੱਭਣ ਵਾਲੇ ਲੋਕ ਹੀ ਬੜੇ ਘੱਟ। ਸਿੱਖੀ ਦਾ ਹੀਰਾ,
ਗੁਰਬਾਣੀ ਦਾ ਹੀਰਾ, ਗੁਰੂ ਉਪਦੇਸ਼ ਦਾ ਹੀਰਾ ਬਹੁਤ ਘੱਟ ਲੋਕ ਖਰੀਦਦੇ ਨੇ। ਨਹੀਂ ਤਾਂ ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਕੋਈ ਕੁਝ ਵਣਜਦਾ ਫਿਰਦਾ, ਕੋਈ ਕੁਝ ਵਣਜਦਾ ਫਿਰਦਾ, ਰਸਤੇ ਵਿੱਚ ਹੀ ਭਟਕ ਜਾਂਦੇ ਹਾਂ। ਤਾਂ ਅੱਜ ਦੇ ਇਸ ਸਾਰੇ ਹੀ ਸਬਜੈਕਟ ਦੇ ਅੰਦਰ ਜੋ ਪੰਜਵੀਂ ਅਸ਼ਟਪਦੀ ਹੈ, ਗੁਰੂ ਅਰਜਨ ਦੇਵ ਜੀ ਸਾਡੇ ਜੀਵਨ ਦੀ ਇੱਕ ਨੀਂਦ ਵਿੱਚੋਂ ਸਾਨੂੰ ਉਠਾਉਣਾ ਚਾਹੁੰਦੇ ਨੇ। ਕਹਿੰਦੇ ਉੱਠ ਕੇ ਵੇਖ, ਤੇਰੇ ਆਲੇ ਦੁਆਲੇ ਹੀਰਿਆਂ ਦੀ, ਜਵਾਹਰਾਤਾਂ ਦੀ, ਬਖਸ਼ਿਸ਼ਾਂ ਦੀ ਬਾਰਿਸ਼ ਹੋ ਰਹੀ ਏ, ਤੂੰ ਸੁੱਤਾ ਪਿਆ। ਤੇਰੇ ਆਲੇ ਦੁਆਲੇ ਬਹੁਤ ਬਖਸ਼ਾਂ ਰੱਬ ਨੇ ਤੈਨੂੰ ਬਿਨਾਂ ਮੰਗਣ ਤੋਂ ਦੇ ਦਿੱਤੀਆਂ ਨੇ, ਤੂੰ ਮੰਗੀਆਂ ਵੀ ਨਹੀਂ ਸਨ। ਤਾਂ ਉਹਦਾ ਜ਼ਿਕਰ ਕਰਦੇ ਸਾਹਿਬ ਕਹਿੰਦੇ, ਦੇਨ ਹਾਰ ਪ੍ਰਭ ਛੋੜ ਕੈ, ਲਾਗਹਿ ਆਨ ਸੁਆਏ। ਮਨੁੱਖੀ ਮਨ ਕਿਸ ਤਰ੍ਹਾਂ ਦਾ? ਕਹਿੰਦੇ ਦੇਣ ਵਾਲੇ ਨੂੰ ਭੁੱਲਣਾ ਇਹਦੀ ਇੱਕ ਸੁਭਾਵਕ ਆਦਤ ਹੈ। ਅਕਿਰਤ ਘਣਤਾ ਇਹਦੀਆਂ ਜੜ੍ਹਾਂ ਵਿੱਚ ਪਈ ਹੋਈ ਹੈ। ਦੇਨ ਹਾਰ ਪ੍ਰਭ ਛੋੜ ਕੈ, ਉਹਨੂੰ ਛੱਡ ਦਿੱਤਾ ਜਿਸ ਨੇ ਸਭ ਕੁਝ ਦਿੱਤਾ ਸੀ ਔਰ ਦੇ ਰਿਹਾ ਹੈ ਔਰ ਅੱਗੇ ਵੀ ਦੇਣ ਵਾਲਾ ਹੈ। ਲਾਗੈ ਆਨ, ਆਨ ਕਹਿੰਦੇ ਨੇ ਹੋਰ ਦੂਸਰੇ, ਸੁਆਏ ਹੋਰ ਸਵਾਰਥਾਂ ਦੇ ਵਿੱਚ ਜੀਵਨ ਲਾ ਦਿੱਤਾ। ਪਰ ਸਤਿਗੁਰੂ ਅੱਗੇ ਫਿਰ ਇੱਕ ਬਚਨ ਕਹਿੰਦੇ, ਜਿਨ੍ਹਾਂ ਨੇ ਰੱਬ ਨੂੰ ਛੱਡ ਕੇ ਦੂਸਰੇ ਪਾਸੇ ਆਪਣਾ ਜੀਵਨ ਲਾਇਆ, ਉਹਨਾਂ ਦੀ ਹਾਲਾਤ ਕੀ ਹੋਈ, ਉਹਨਾਂ ਦੇ ਜੀਵਨ ਦਾ ਸਿੱਟਾ ਕੀ ਨਿਕਲਿਆ। ਤਾਂ ਹਜ਼ੂਰ ਕਹਿੰਦੇ, ਨਾਨਕ ਕਹੂ ਨਾ ਸੀਜਈ। ਸੀਜੇ ਦਾ ਅਰਥ ਹੈ ਕਾਮਯਾਬ ਹੋਣਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਦਿਨ ਰਾਤ ਇੱਕ ਤਾਰ ਤੁਰ ਕੇ ਧਨ ਕਮਾਉਣ ਦਾ ਯਤਨ ਕੀਤਾ ਤੇ ਧਨੀ ਹੋਣ ਦਾ ਯਤਨ ਕੀਤਾ ਤੇ ਧਨੀ ਹੋ ਵੀ ਗਏ, ਅਮੀਰ ਹੋਣ ਵਿੱਚ ਕਾਮਯਾਬ ਵੀ ਹੋ ਗਏ। ਪਰ ਕਹਿੰਦੇ ਅਮੀਰ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਵੀ ਕਾਮਯਾਬ ਹੋ ਗਏ ਹੋ, ਕਹਿੰਦੇ ਕਾਮਯਾਬੀ ਤੇ ਕੋਈ ਵੀ ਨਹੀਂ ਹੋਈ। ਕਾਮਯਾਬੀ ਕਿਵੇਂ ਹੋਵੇ? ਜਿਹੜਾ ਕੰਮ ਕਰਨ ਵਾਲਾ ਸੀ, ਜੁੜਨ ਵਾਲਾ, ਤਾਂ ਕੀਤਾ ਨਹੀਂ, ਕਾਮਯਾਬੀ ਕਿੱਥੋਂ ਹੁੰਦੀ? ਨਾਨਕ ਕਹੂ ਨਾ ਸਿੱਝਈ। ਹੁਣ ਸਿੱਝਣ ਕਿਵੇਂ? ਭਾਵ ਜੀਵਨ ਦੀ ਸਿੱਧਤਾ ਕਿਵੇਂ ਪ੍ਰਾਪਤ ਹੋਵੇ? ਸਾਹਿਬ ਕਹਿੰਦੇ, ਨਾਨਕ ਕਹੂ ਨਾ ਸਿੱਝਈ, ਬਿਨ ਨਾਵੈ ਪਤ ਜਾਏ। ਹਰ ਇੱਕ ਬੰਦੇ ਦੀ ਪਤ ਤੇ ਇੱਜ਼ਤ ਨਾਮ ਤੋਂ ਬਿਨਾਂ ਰੁਲ ਜਾਂਦੀ ਹੈ। ਸਿਰਫ ਨਾਮ ਹੀ ਹੈ ਇੱਕ ਐਸਾ ਵਸਤਰ, ਐਸਾ ਕਪੜਾ ਜੋ ਸਾਡੀ ਇੱਜ਼ਤ ਨੂੰ ਢੱਕ ਸਕਦਾ। ਨਹੀਂ ਤਾਂ ਨਾਮਹੀਣ ਜਿੰਨੇ ਵੀ ਲੋਕ ਹਨ, ਉਹਨਾਂ ਦੀ ਇੱਜ਼ਤ ਕਹਿੰਦੇ ਖੇਖਵਾਰ ਹੋ ਜਾਂਦੀ, ਖਤਮ ਹੋ ਜਾਂਦੀ। ਫਿਰ ਸਤਿਗੁਰੂ ਗਿਣ ਗਿਣ ਕੇ ਉਦਾਹਰਨਾਂ ਦਿੰਦੇ ਹਨ। ਹਜ਼ੂਰ ਕਹਿੰਦੇ, 10 ਵਸਤੂ ਲੈ ਪਾਛੈ ਪਾਵੈ। ਕਹਿੰਦੇ 10 ਵਸਤੂਆਂ ਲੈ ਕੇ ਪਾਛੈ ਪਾਵੈ ਦਾ ਮਤਲਬ ਇਹ ਭੁੱਲ ਹੀ ਗਿਆ। ਜਿਵੇਂ ਸਾਨੂੰ ਪਰਮਾਤਮਾ ਨੇ ਸਰੀਰ ਵਿੱਚ ਕਿੰਨੇ ਸੁੰਦਰ ਅੰਗ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਰਸਨਾ ਦਿੱਤੀ ਹੈ, ਨਾਸਿਕਾ ਦਿੱਤੀ ਹੈ, ਹੱਥ ਪੈਰ ਦਿੱਤੇ ਨੇ, ਕਿੰਨਾ ਦਾਨ ਅੰਨ ਮੰਗਿਆ ਦੇ ਦਿੱਤਾ। ਕਦੇ ਕਿਸੇ ਬੰਦੇ ਨੇ, ਸਾਧ ਸੰਗਤ ਜੀ, ਜੇ ਕਿਤੇ ਸਰੀਰ ਦੇ ਉੱਤੇ ਇੱਕ ਛੋਟਾ ਜਿਹਾ ਅੰਗ ਲਵਾਉਣਾ ਪੈ ਜਾਏ ਕਿਸੇ ਨੂੰ, ਤਾਂ ਉਹਦੇ ਵਾਸਤੇ ਕਿੰਨੀ ਵਾਰੀ ਭੱਜਣਾ ਪੈਂਦਾ। ਮਨੁੱਖ ਨੂੰ ਛੋਟਾ ਜਿਹਾ ਦੰਦ ਲਵਾਉਣਾ ਪਏ ਤੇ ਉਹ ਦਿਨ ਰਾਤ ਦੌੜਿਆ ਫਿਰਦਾ ਤੇ ਹੱਥ ਪੈਰ ਮਾਰਦਾ ਤੇ ਲਾਉਣ ਵਾਲਾ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਾਉਂਦਾ। ਉਹ ਸਾਰਾ ਜ਼ੋਰ ਲਾ ਦਿੰਦਾ, ਪਰ ਉਹਦੇ ਤੋਂ ਉਹ ਦੰਦ ਨਹੀਂ ਲੱਗਦਾ ਜਿਹੜੇ ਰੱਬ ਨੇ ਲਾ ਕੇ ਭੇਜੇ ਸੀ। ਪਰ ਇਹਦੀ ਆਦਤ ਕਿ ਇਹ ਸਰੀਰ ਜਿਹੜਾ, ਇਹਦੀ ਕੋਈ ਦਰਖਾਸਤ ਨਹੀਂ ਸੀ ਦਿੱਤੀ ਮਨੁੱਖ ਨੇ ਕਿ ਮੈਨੂੰ ਅੱਖਾਂ ਚਾਹੀਦੀਆਂ, ਉਹਨੇ ਆਪੇ ਦੇ ਦਿੱਤੀਆਂ, 2 ਦਿੱਤੀਆਂ ਇੱਕ ਦੀ ਥਾਂ। ਇਹਨੇ ਕਿਤੇ ਨਹੀਂ ਸੀ ਉਹਨੂੰ ਕਿਹਾ ਮੈਨੂੰ ਹੱਥ ਦੇ ਜਾਂ ਪੈਰ ਦੇ, ਆਪੇ ਹੀ ਦਾਨ ਦੇ ਰੂਪ ਵਿੱਚ ਦੇ ਦਿੱਤੇ। ਪਰ ਇਹਨੇ ਲੈਣ ਤੋਂ ਬਾਅਦ ਜੇ ਹੁਣ ਤੁਰ ਕੇ ਆਉਂਦਾ ਤਾਂ ਇਹਨੂੰ ਪੁੱਛੀਏ ਤੇਰੇ ਕੋਲ ਕੁਝ ਹੈ? ਹਰ ਇੱਕ ਮਨੁੱਖ ਕਹਿੰਦਾ ਜੀ ਕੁਝ ਵੀ ਨਹੀਂ ਪੱਲੇ, ਕੁਝ ਵੀ ਨਹੀਂ। ਆਮ ਬੰਦੇ ਦੀ ਆਦਤ ਤੇ ਮੇਰੇ ਕੋਲ ਕੱਖ ਨਹੀਂ, ਮੇਰੇ ਕੋਲ ਕੁਝ ਵੀ ਨਹੀਂ। ਪਰ ਜਿਹੜਾ ਇਹ ਸਰੀਰ ਹੈ, ਇਹਦੀ ਹੀ ਬੜੀ ਕੀਮਤ ਹੈ। ਸਰੀਰ ਮਿਲਣਾ ਹੀ ਬਹੁਤ ਵੱਡੀ ਜੀਵਨ ਦੇ ਵਿੱਚ ਪ੍ਰਾਪਤੀ ਹੈ।
ਪਰ ਕਦੀ ਇਹਨੂੰ ਪਰਤ ਕੇ ਵੇਖਿਆ ਨਹੀਂ ਔਰ ਨਾ ਕਦੀ ਇਹਦਾ ਧੰਨਵਾਦ ਕੀਤਾ। ਜਾਂ ਇਉਂ ਮੈਂ ਇੱਕ ਛੋਟੇ ਜਿਹੇ ਸੈਂਟੈਂਸ ਵਿੱਚ ਆਪ ਜੀ ਨੂੰ ਵਾਕਿਆ ਵਿੱਚ ਕਹਿ ਦਿਆਂ ਕਿ ਸੁਖਮਣੀ ਸਾਹਿਬ ਦੀਆਂ ਜਿਹੜੀਆਂ ਦੋਵੇਂ ਤਿੰਨ ਅਸ਼ਟਪਦੀਆਂ ਨੇ, ਚੌਥੀ, ਪੰਜਵੀਂ, ਛੇਵੀਂ, ਇਹਦੇ ਵਿੱਚ ਇੱਕੋ ਗੱਲ ਤੇ ਜ਼ੋਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਪ੍ਰਕਾਰ ਦੀ ਭਗਤੀ ਹੈ। ਜਿਵੇਂ ਕਿ ਪੁਰਾਤਨ ਤੌਰ ਤੇ ਮੰਨਿਆ ਗਿਆ ਸੀ ਨਾ ਵੀ 9 ਪ੍ਰਕਾਰ ਦੀ ਭਗਤੀ ਹੈ, ਵੇਦਾਂ ਨੇ ਪੁਕਾਰਿਆ, ਪੰਡਤਾਂ ਨੇ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 9 ਤਰ੍ਹਾਂ ਦੀ ਭਗਤੀ ਨਹੀਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਇੰਨੇ ਭਗਤੀ ਕਰਨ ਦੇ ਤਰੀਕੇ ਦੱਸੇ ਗਏ ਨੇ ਜਿਨ੍ਹਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ। ਉਹਦੇ ਵਿੱਚੋਂ ਇੱਕ ਭਗਤੀ ਇਹ ਹੈ ਜਿਹਨੂੰ ਕਹਿੰਦੇ ਆ ਧੰਨਵਾਦ ਭਗਤੀ, ਸ਼ੁਕਰਾਨਾ ਭਗਤੀ, ਪਰਮਾਤਮਾ ਦਾ ਧੰਨਵਾਦ ਕਰੀ ਜਾਣਾ। ਇਹ ਤਰੀਕਾ ਸਭ ਤੋਂ ਸੌਖਾ ਹੈ। ਨਾ ਕੋਈ ਜਪ, ਨਾ ਕੋਈ ਤਪ, ਨਾ ਕੋਈ ਪੜ੍ਹਾਈ। ਕੀ ਕਹਿਣਾ? ਬਸ ਜੋ ਕੁਝ ਅਸੀਂ ਦੇਖਨੇ ਆ, ਸਾਨੂੰ ਮਿਲ ਰਿਹਾ ਹੈ, ਉਹਦੇ ਸ਼ੁਕਰਾਨੇ ਵਿੱਚ ਦਿਨ ਰਾਤ ਚੱਲੀ ਜਾਣਾ। ਇਹਨੂੰ ਕਹਿੰਦੇ ਸ਼ੁਕਰਾਨਾ ਭਗਤੀ। ਸਭ ਤੋਂ ਸੌਖੀ ਹੈ ਤੇ ਸਭ ਤੋਂ ਕਾਮਯਾਬ। ਇਸ ਕਰਕੇ ਗੁਰਸਿੱਖ ਇਹ ਕਰਵਾਇਤ ਵੀ ਜਦੋਂ ਪ੍ਰਸ਼ਾਦਾ ਛਕਦਾ, ਅਰਦਾਸ ਦਾ ਮਤਲਬ ਇਹ ਸੀ ਦਿੱਤਾ ਉਸਨੇ ਹੈ। ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਆਉਂਦੇ ਨਾ ਕਿ ਆਪਾਂ ਕਹਿੰਦੇ ਆ ਭਗਤਾਂ ਨੇ ਪ੍ਰਸ਼ਾਦਾ ਮੰਗਿਆ ਸੀ, ਦਾਣੇ ਮੰਗੇ ਸਨ, ਘਿਓ ਮੰਗਿਆ, ਕਈ ਕੁਝ ਮੰਗਿਆ। ਭਗਤ ਧੰਨਾ ਜੀ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਇਨਕੇ ਕਾਜ ਸਵਾਰਤਾ। ਕਬੀਰ ਸਾਹਿਬ ਨੇ ਤੇ ਮਿਣ ਕੇ ਮੰਗ ਲਿਆ, ਕਹਿੰਦੇ ਪਾਓ ਘੀਓ ਸੰਗ ਲੂਣਾ, ਖਾਟ ਮੰਗੋ ਚੌਪਾਈ, ਸਿਰਹਾਣਾ ਅਵਰ ਤੁਲਾਈ। ਬੜੀਆਂ ਅਜੀਬ ਮੰਗਾਂ ਨੇ। ਤੁਸੀਂ ਸੰਸਾਰ ਵਿੱਚ ਵੇਖੋਗੇ ਹਰ ਰੋਜ਼ ਸਾਰੇ ਧਰਮਾਂ ਦੇ ਲੋਕ ਆਪਣੇ ਧਾਰਮਿਕ ਥਾਵਾਂ ਤੇ ਅਰਦਾਸਾਂ ਕਰਾਉਂਦੇ ਨੇ, ਪਰ ਕਦੀ ਤੁਸੀਂ ਇਹ ਅਰਦਾਸ ਨਹੀਂ ਸੁਣੀ ਹੋਵੇਗੀ ਰੱਬ ਕੋਲੋਂ ਕਿ ਮੈਨੂੰ 1 ਪਾਈਆ ਘਿਓ ਦੇ। ਜੇ ਕੋਈ ਮੰਗਣ ਗਿਆ, ਉਹਨੇ ਪਾਈਆ ਕੌਣ ਮੰਗੇਗਾ? ਉਹਨੇ ਕਹਿਣਾ ਵੀ ਕਈ ਟਰੱਕ ਦੇ ਤਾਂ ਕਿ ਮੇਰੀ ਸਾਰੀ ਉਮਰ ਲੰਘ ਜਾਏ, ਮੇਰੀ ਪੀੜ੍ਹੀ ਵਾਸਤੇ ਵੀ ਅੱਗੋਂ ਇਕੱਠਾ ਹੋ ਜਾਏ। ਇਹ ਕਿਵੇਂ ਦਾ ਭਗਤ ਹੈ ਜਿਹੜਾ ਪਾਈਆ ਮੰਗਦਾ? ਸਿਰਫ ਕਬੀਰ ਸਾਹਿਬ ਦਾ ਸ਼ਬਦ ਪੜ੍ਹ ਕੇ ਵੇਖੋ ਕਿਵੇਂ ਮੰਗਦੇ ਨੇ। ਅੱਧ ਸਿਰ ਮੰਗੋ ਦਾਲੇ, ਅੱਧਾ ਕਿਲੋ ਦਾਲ। ਕਮਾਲ ਹੋ ਗਈ, ਅੱਧਾ ਕਿਲੋ ਵੀ ਕਦੀ ਮੰਗੀ ਕਿਸੇ। ਇਹ ਅਰਦਾਸ ਅਨੋਖੀ ਹੈ। ਇਸ ਕਰਕੇ ਭਗਤਾਂ ਦੀ ਤੇ ਸੰਸਾਰੀਆਂ ਦੀ ਅਰਦਾਸ ਦਾ ਵੀ ਜੋੜ ਨਹੀਂ ਪੈਂਦਾ। ਹੋਰ ਤੇ ਕਿਹੜੀ ਚੀਜ਼ ਦਾ ਬੈਠਣਾ। ਦਾਲ ਵੀ ਅੱਧਾ ਕਿਲੋ। ਔਰ ਮੈਂ ਵੀ ਬੇਨਤੀ ਕਰਾਂ ਵੀ ਅੱਧਾ ਕਿਲੋ ਦਾਲ ਦਾ ਮਤਲਬ ਇਹ ਨਹੀਂ ਸੀ ਵੀ ਕਬੀਰ ਸਾਹਿਬ ਅੱਧਾ ਕਿਲੋ ਦਾਲ ਆਪ ਹੀ ਖਾ ਜਾਂਦੇ ਸਨ ਇਕੱਲੇ। ਨਹੀਂ, ਇੱਕ ਪੁੱਤਰ ਸੀ, ਇੱਕ ਲੜਕਾ ਸੀ, ਇੱਕ ਲੜਕੀ ਸੀ, ਘਰ ਵਾਲੀ ਸੀ, 4-5 ਮੈਂਬਰ ਸਨ। ਕਿਸੇ ਆਏ ਗਏ ਸਾਧੂ ਨੂੰ ਵੀ ਖਵਾਉਣਾ ਪੈਂਦਾ ਸੀ। ਤਾਂ ਇੱਕ ਦਿਨ ਵਾਸਤੇ ਅੱਧਾ ਕਿਲੋ ਦਾਲ ਸਾਰਿਆਂ ਲਈ ਮੰਗਦੇ ਸਨ। ਇਕੱਲੇ ਨਾ ਸੋਚਣਾ ਵੀ ਅੱਧਾ ਕਿਲੋ ਦਾਲ ਭਗਤ ਜੀ ਇਕੱਲੇ ਹੀ ਖਾਂਦੇ ਹੋਣਗੇ ਸਾਡੇ ਵਾਂਗ। ਜਿਵੇਂ ਅਸੀਂ ਕਿਸੇ ਸਮਾਗਮ ਵਿੱਚ ਜਾਈਏ ਨਾ ਤੇ ਕੋਈ ਵੀ ਵਰਤਾਉਣ ਵਾਲਾ ਖਾਲੀ ਨਹੀਂ ਲੰਘਣ ਦਿੰਦੇ ਵੀ ਸੱਜਣਾ ਜੇ ਇੱਕ ਥਾਲੀ ਵਿੱਚ ਪੂਰਾ ਨਹੀਂ ਆਉਂਦਾ ਤੇ 2 ਰੱਖ ਲੈਂਦੇ ਆ, ਪਰ ਤੈਨੂੰ ਮੋੜਨਾ ਨਹੀਂ। ਅਸੀਂ ਦਾਲਾ ਰੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ। ਅਸੀਂ ਨਹੀਂ ਜਾਣ ਦਿੰਦੇ ਖਾਲੀ। ਸਾਡੇ ਸਮਾਗਮਾਂ ਦੀ ਨਿਸ਼ਾਨੀ ਕੀ ਹੈ ਵੀ ਗੁਰਦੁਆਰੇ ਦੇ ਅੱਗੇ ਖਿਲਾਰਾ ਪਿਆ ਹੋਵੇਗਾ ਬਹੁਤ ਵੱਡਾ, ਪਤਾ ਲੱਗੇਗਾ ਇੱਥੇ ਸਮਾਗਮ ਹੋਇਆ। ਕਿਉਂ? ਸਮਾਗਮਾਂ ਦੇ ਅਰਥ ਖਾਣ ਪੀਣ ਕੀਤੇ ਜਾਂਦੇ ਨੇ। ਲੰਗਰ ਜਿਹੜਾ ਸੀ ਉਹ ਹੋਰ ਚੀਜ਼ ਸੀ। ਪਰ ਭਗਤ ਜੀ ਅੱਧਾ ਕਿਲੋ ਕੱਲੇ ਦਾਲ ਨਹੀਂ ਸਨ ਖਾਂਦੇ। ਜੇ ਕੱਲੇ ਖਾਂਦੇ ਹੁੰਦੇ ਤੇ ਸਾਡੇ ਵਾਂਗ ਸਵੇਰੇ 8:30 ਵਜੇ ਉੱਠਦੇ। ਉਹ ਸਾਧ ਸੰਗਤ ਸਾਰਿਆਂ ਵਾਸਤੇ ਉਹਨਾਂ ਦੀ ਖੁਰਾਕ ਇੰਨੀ ਸੀ। ਇਸ ਕਰਕੇ ਥੋੜ੍ਹੀਆਂ ਚੀਜ਼ਾਂ ਮੰਗਣ ਦਾ ਮਤਲਬ ਇਹ ਸੀ ਕਿ ਉਹ ਮਿਲਣ ਵਾਲੀ ਹਰ ਇੱਕ ਅਰਦਾਸ ਚੀਜ਼ ਨੂੰ ਅਰਦਾਸ ਬਣਾ ਲੈਂਦੇ ਸਨ, ਸ਼ੁਕਰਾਨਾ ਕਰ ਦਿੰਦੇ ਸਨ। ਕਿ ਅਜੀਬ ਹੈ ਉਹਨਾਂ ਦੀ ਅਰਦਾਸ। ਕਿਤੇ ਜੁੱਤੀ ਟੁੱਟ ਗਈ ਤੇ ਕਹਿ ਦਿੱਤਾ ਜੁੱਤੀ ਲੈ ਕੇ ਦਿਓ। ਕਮਾਲ ਹੋ ਗਈ। ਪੰਨੀਆਂ ਦਾ ਅਰਥ ਹੈ ਜੁੱਤੀ। ਜ਼ਰੂਰ ਕਿਤੇ ਭਗਤ ਜੀ ਦੀ ਜੁੱਤੀ ਵਿੱਚ ਕੋਈ ਤਰੇੜ ਆ ਗਈ ਤਾਂ ਉਹਨਾਂ ਬੈਠਿਆਂ ਆਪਣੇ ਰੱਬ ਨੂੰ ਨਜ਼ਦੀਕ ਤੋਂ ਇੱਕ ਗੱਲ ਕਹੀ, ਮੇਰੀ ਜੁੱਤੀ ਟੁੱਟ ਗਈ, ਨਵੀਂ ਲੈ ਕੇ ਦੇ। ਨਜ਼ਦੀਕੀ ਸੰਬੰਧ ਨੇ, ਨਜ਼ਦੀਕੀ ਪਿਆਰ ਹੈ। ਤਾਂ ਇਸ ਤਰ੍ਹਾਂ ਦੀਆਂ ਦਾਤਾਂ, ਇਹ ਸਾਰੀ ਅਸ਼ਟਪਦੀ ਧੰਨਵਾਦ ਭਗਤੀ, ਸ਼ੁਕਰਾਨਾ ਭਗਤੀ। ਜੋ ਕੁਝ ਮਿਲਿਆ ਉਹਦੇ ਬਾਰੇ ਚੇਤੰਨ ਹੋ ਜਾਣਾ, ਜਾਗ ਪੈਣਾ।
पर साड़ी आदत की है। इसलिए साध संगत दो शब्द ने, एक नूं कहंदे ने सबर विच रहण वाला ते एक नूं कहंदे ने लोभी। सबर वाला कौन है? जे असी जिंदगी दे विच संतोख धारण करना है, जिहड़ा जिंदगी दा सूत्र है, ਉਹਦੇ ਤੋਂ ਬਿਨਾਂ ਜੀਵਨ ਡਿੰਗਾ ਹੋ ਜਾਂਦਾ, ਟੇਢਾ ਹੋ ਜਾਂਦਾ। ਸੰਤੋਖ ਥਾਪ ਰੱਖਿਆ ਜਿਨ ਸੂਤ, ਸੂਤ ਤੋਂ ਬਿਨਾਂ ਕੰਧ ਸਿੱਧੀ ਨਹੀਂ ਬਣਦੀ। ਜੇ ਕੋਈ ਮਿਸਤਰੀ ਭਾਵੇਂ ਕਿੰਨਾ ਸਿਆਣਾ, ਜੇ ਉਹ ਸੂਤਰ ਨਹੀਂ ਬਣਦਾ ਕਿਸੇ ਕੰਧ ਦੇ ਨਾਲ ਤੇ ਉਹਦੀ ਸਾਧ ਸੰਗਤ ਕੰਧ ਡਿੰਗੀ ਹੋ ਜਾਂਦੀ। ਜੇ ਧਰਮੀ ਬੰਦੇ ਦੇ ਜੀਵਨ ਵਿੱਚ ਸੰਤੋਖ ਦਾ ਸੂਤਰ ਨਹੀਂ ਨਾ, ਤਾਂ ਉਹ ਜੀਵਨ ਤੋਂ ਜਿੰਨਾ ਮਰਜ਼ੀ ਸਿਆਣਾ ਹੋਵੇ, ਪੜ੍ਹਿਆ ਲਿਖਿਆ, ਉਹਦੀ ਜ਼ਿੰਦਗੀ ਦੀ ਕੰਧ ਡਿੰਗੀ ਹੋ ਜਾਏਗੀ। ਇਸ ਕਰਕੇ ਸੰਤੋਖ ਦਾ ਮਤਲਬ ਕੀ ਹੈ? ਸੰਤੋਖ ਦਾ ਮਤਲਬ ਆਲਸ ਨਹੀਂ। ਸੰਤੋਖ ਦਾ ਭਾਵ ਇਹ ਨਹੀਂ ਵੀ ਹੱਥ ਤੇ ਹੱਥ ਧਰ ਕੇ ਬੈਠੇ ਰਹੋ, ਦਰਿਦਰੀ ਹੋ ਜਾਓ, ਕੁਝ ਵੀ ਨਾ ਕਰੋ। ਇਹ ਨਹੀਂ ਸੰਤੋਖ ਦਾ ਅਰਥ। ਸੰਤੋਖ ਦਾ ਅਰਥ ਹੈ ਕਿ ਜੋ ਕੁਝ ਤੈਨੂੰ ਅਕਾਲ ਪੁਰਖ ਨੇ ਦਿੱਤਾ ਹੈ, ਉਹਨਾਂ ਚੀਜ਼ਾਂ ਵੱਲ ਵੇਖ, ਜੋ ਨਹੀਂ ਦਿੱਤਾ ਉਹਨਾਂ ਵੱਲ ਨਾ ਵੇਖ। ਇਹ ਸੰਤੋਖੀ ਦੀ ਨਿਸ਼ਾਨੀ ਹੈ। ਲੋਭੀ ਦੀ ਨਿਸ਼ਾਨੀ ਕੀ ਹੈ? ਲੋਭੀ ਦੀ ਨਿਸ਼ਾਨੀ ਹੈ ਕਿ ਜੋ ਕੁਝ ਦਿੱਤਾ ਹੈ ਉਹਨਾਂ ਵੱਲ ਨਹੀਂ ਦੇਖਦਾ, ਜੋ ਕੁਝ ਨਹੀਂ ਦਿੱਤਾ ਉਹਨਾਂ ਵੱਲ ਧਿਆਨ ਰਹਿੰਦਾ ਹੈ, ਉਸ ਪਾਸੇ ਵੇਖੀ ਜਾਂਦਾ ਹੈ। ਲੋਭ ਦੀ ਨਿਸ਼ਾਨੀ ਹੈ। ਔਰ ਇਸ ਸੰਸਾਰ ਵਿੱਚ ਜੇ ਸਭ ਤੋਂ ਦੁਖੀ ਵਿਅਕਤੀ ਲੱਭਣਾ ਹੋਵੇ ਤੇ ਉਹ ਹੋ ਸਕਦਾ ਜੋ ਨਹੀਂ ਉਹਦੇ ਕੋਲ ਤੇ ਉਹਨਾਂ ਚੀਜ਼ਾਂ ਬਾਰੇ ਸੋਚਦਾ ਰਹਿੰਦਾ, ਤੇ ਸੁਖੀ ਆਦਮੀ ਉਹ ਹੈ ਜੋ ਉਹਦੇ ਕੋਲ ਹੈ ਉਹਨਾਂ ਵੱਲ ਧਿਆਨ ਰੱਖਦਾ। ਇਸ ਕਰਕੇ ਸਤਿਗੁਰੂ ਸਾਡੇ ਸੁਭਾਅ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਬੜੇ ਪਿਆਰ ਭਰੇ ਸੂਤਰ ਦੁਆਰਾ ਸਿੱਧੇ ਰਾਹ ਤੇ ਲਿਆਉਣਾ ਚਾਹੁੰਦੇ ਨੇ। ਹਜ਼ੂਰ ਕਹਿੰਦੇ ਨੇ, ਤੂੰ ਖਿਆਲ ਕਰ ਵੀ 10 ਵਸਤੂ ਲੈ ਪਾਛੈ ਪਾਵੈ। ਬੰਦੇ ਦਾ ਸੁਭਾਅ ਹੈ 10 ਵਸਤੂਆਂ ਲੈ ਕੇ ਪਾਛੈ ਪਾਵੇ ਦਾ ਮਤਲਬ ਭੁੱਲ ਜਾਂਦਾ ਹੈ। ਇਹ 10 ਵਸਤੂਆਂ ਵਿਦਵਾਨਾਂ ਨੇ ਕਈ ਜੋੜ ਤੋੜ ਲਾ ਕੇ ਲਿਖੀਆਂ ਨੇ, ਪਰ ਇੱਥੇ 10 ਵਸਤੂਆਂ ਦਾ ਭਾਵ ਸਿਰਫ ਇੰਨਾ ਵੀ ਜਿੰਨੀਆਂ ਸਾਨੂੰ ਮਿਲੀਆਂ ਨੇ। 10 ਵਸਤੂ ਲਈ ਪਾਛੈ ਪਾਵੇ। ਸਾਡਾ ਇਹ ਸੁਭਾਅ ਹੈ, ਜੋ ਕੁਝ ਮਿਲਿਆ ਉਹਨੂੰ ਅਸੀਂ ਭੁੱਲ ਜਾਂਦੇ ਹਾਂ, ਪਿੱਛੇ ਕਰ ਦਿੰਦੇ ਹਾਂ। ਫਿਰ ਕਹਿੰਦੇ ਏਕ ਬਸਤ ਕਾਰਨ ਬਿਖੋਟ ਗਵਾਵੈ, ਤੇ ਅੱਗੋਂ ਇੱਕ ਹੋਰ ਮੰਗ ਲੈਂਦਾ ਮਨੁੱਖ ਕੋਈ ਨਾ ਕੋਈ। ਜੇ ਤੂੰ ਇਹ ਦੇਂਗਾ ਤਾਂ ਤੂੰ ਮੇਰਾ ਗੁਰੂ, ਜੇ ਤੂੰ ਇਹ ਦੇਂਗਾ ਤਾਂ ਤੂੰ ਮੇਰਾ ਜੋ ਹੈ ਗੁਰੂ ਹੈ, ਜੇ ਤੂੰ ਇਹ ਚੀਜ਼ ਮੈਨੂੰ ਦੇਂਗਾ ਤਾਂ ਮੈਂ ਸਮਝਾਂਗਾ ਵੀ ਤੂੰ ਮੇਰਾ ਗੁਰੂ ਹੈ। ਇਹ ਉਹਦਾ ਸੁਭਾਅ। ਉਹ ਫਿਰ ਲੋਭ ਦੇ ਵਿੱਚ ਆ ਕੇ ਕਹਿੰਦੇ ਬਿਖੋਟ ਗਵਾਵੈ, ਆਪਣੀ ਪ੍ਰੀਤ ਨੂੰ ਖੋਟੀ ਕਰ ਲੈਂਦਾ ਹੈ, ਗਵਾ ਲੈਂਦਾ, ਜਿਹੜੀ ਉਹਦੀ ਰੱਬ ਨਾਲ ਗੁਰੂ ਨਾਲ ਪ੍ਰੀਤ ਹੁੰਦੀ ਹੈ। ਇਸ ਕਰਕੇ ਗੁਰਸਿੱਖ ਅਰਦਾਸ ਤਾਂ ਜ਼ਰੂਰ ਕਰਦਾ ਗੁਰੂ ਚਰਨਾਂ ਵਿੱਚ ਜੋ ਉਹਨੂੰ ਚਾਹੀਦਾ, ਪਰ ਉਹ ਅਰਦਾਸ ਨੂੰ ਹੁਕਮ ਨਹੀਂ ਬਣਨ ਦਿੰਦਾ। ਹੁਕਮ ਦਾ ਮਤਲਬ ਜੇ ਇਸ ਤਰ੍ਹਾਂ ਕਰੇਗਾ ਤੇ ਤੂੰ ਮੇਰਾ ਗੁਰੂ, ਜੇ ਇਸ ਤਰ੍ਹਾਂ ਨਾ ਕਰੇਗਾ ਤੇ ਤੂੰ ਮੇਰਾ ਗੁਰੂ ਨਹੀਂ, ਇਸ ਤਰ੍ਹਾਂ ਨਹੀਂ ਹੋਣ ਦਿੰਦਾ। ਅਰਦਾਸ ਦੇ ਅਰਥ ਹੀ ਇਹ ਹਨ, ਆਪਣੇ ਵੱਲੋਂ ਗੱਲ ਕਹਿਣੀ। ਪਰ ਮਨੁੱਖੀ ਮਨ ਜਦੋਂ ਲੋਭ ਦੀ ਦੁਨੀਆ ਵਿੱਚ ਜਾਂਦਾ ਤਾਂ ਉੱਥੇ ਇਸ ਤਰ੍ਹਾਂ ਏਕ ਬਸਤ ਕਾਰਨ ਬਿਖੋਟ ਗਵਾਵੈ, ਆਪਣੀ ਜੀਵਨ ਦੀ ਸਾਰੀ ਕਲਾ ਨੂੰ ਖੋਟਿਆਂ ਕਰ ਲੈਂਦਾ ਹੈ। ਹਜ਼ੂਰ ਅੱਗੇ ਕਹਿੰਦੇ ਇੱਕ ਵੀ ਨਾ ਦੇ 10 ਵੀ ਹਿਰ ਲੈ, ਤੋ ਮੂੜਾ ਕਹੂ ਕਹਾਂ ਕਰੇ। ਹੇ ਮੂੜ ਆਦਮੀ, ਹੇ ਮੂੜ ਮਨ, ਤੂੰ ਇਸ ਗੱਲ ਨੂੰ ਕਦੀ ਸੋਚ ਕਿ ਜਿਸ ਪਰਮਾਤਮਾ ਨਾਲ ਤੂੰ ਇੱਕ ਚੀਜ਼ ਪਿੱਛੇ ਝਗੜਦਾ ਹੈ, ਜੇ ਉਹ ਦਿੱਤੀਆਂ ਹੋਈਆਂ 10 ਵੀ ਖੋਹ ਲਵੇ ਤੇ ਇੱਕ ਵੀ ਤੈਨੂੰ ਨਾ ਦੇ, ਤੂੰ 10 ਉਹਦਾ ਕੀ ਕਰ ਲਏਗਾ। ਭਾਵ ਉਹ ਸਮਰੱਥ ਤੇ ਵੱਡਾ ਹੈ, ਉਹਦੇ ਨਾਲ ਜ਼ੋਰ ਨਹੀਂ, ਉਹਦੇ ਨਾਲ ਤਾਕਤ ਨਹੀਂ ਚੱਲਦੀ। ਫਿਰ ਅੱਗੇ ਇਹ ਸ਼ਬਦ ਸਤਿਗੁਰਾਂ ਨੇ ਨਾਲ ਜੋੜ ਕੇ ਕਹੇ, ਕਹਿੰਦੇ ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰ। ਇਹਨੂੰ ਕਹਿੰਦੇ ਲਾਚਾਰ ਭਗਤੀ। ਮੈਂ ਪਹਿਲਾਂ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਪ੍ਰਕਾਰ ਦੀ ਭਗਤੀ ਹੈ। ਮੈਂ ਬੇਨਤੀ ਕਰਾਂ, ਅਸੀਂ ਸਿੱਧੇ ਸਿੱਧੇ ਕੋਈ ਨਹੀਂ ਤੁਰਦੇ ਗੁਰੂ ਦੇ ਮਾਰਗ ਤੇ, ਲਾਚਾਰਗੀ ਹੀ ਸਾਨੂੰ ਤੋਰਦੀ। ਲਾਚਾਰ ਹੋ ਜਾਂਦੇ ਹਾਂ ਕਿਸੇ ਗੱਲੋਂ,
ਕੋਈ ਇਸ ਤਰ੍ਹਾਂ ਦੀ ਜੀਵਨ ਦੇ ਵਿੱਚ ਘਟਨਾ ਵਾਪਰ ਜਾਂਦੀ ਹੈ ਕਿ ਲਾਚਾਰ ਹੋ ਕੇ ਸਾਨੂੰ ਵਿਸ਼ਵਾਸ ਕਰਨਾ ਪੈਂਦਾ ਹੈ। ਪਹਿਲਾਂ ਜਾਲੀ ਵਿਸ਼ਵਾਸ ਕਰੀਦਾ ਹੈ ਕਿਸੇ ਕਾਰਨ, ਪਰ ਉਹ ਸਹਿਜੇ ਸਹਿਜੇ ਇੱਕ ਐਸੇ ਵਿਸਾਹ ਵਿੱਚ ਬਦਲ ਜਾਂਦਾ ਹੈ। ਪਹਿਲਾਂ ਲਾਚਾਰ ਹੋ ਕੇ ਬੰਦਾ ਗੁਰੂ ਕੋਲ ਆਉਂਦਾ ਕਿਸੇ ਕਾਰਨ, ਜਿੰਨਾ ਚਿਰ ਲਾਚਾਰਗੀ ਨਹੀਂ, ਭੈ ਨਹੀਂ, ਡਰ ਨਹੀਂ, ਕਿਵੇਂ ਸਾਧ ਸੰਗਤ ਤੋਂ ਗੁਰੂ ਨਾਲ ਪ੍ਰੀਤ ਪਾਏਗਾ? ਕਿਸੇ ਭੈ ਦੇ ਕਾਰਨ ਹੀ ਪ੍ਰੀਤ ਪਾਉਂਦਾ ਹੈ। ਪਰ ਸਹਿਜੇ ਸਹਿਜੇ ਉਹ ਭੈ ਨਾਲ ਪਈ ਹੋਈ ਪ੍ਰੀਤ ਸਹੀ ਤਰੀਕੇ ਵਾਲੀ ਪ੍ਰੀਤ ਬਣ ਜਾਂਦੀ ਹੈ। ਤਾਂ ਇਸ ਤਰ੍ਹਾਂ ਇਹਨੂੰ ਕਹਿੰਦੇ ਲਾਚਾਰ ਭਗਤੀ। ਲਾਚਾਰਗੀ ਪੈਦਾ ਹੋ ਜਾਣੀ ਜੀਵਨ ਦੇ ਵਿੱਚ, ਬੇਵਸੀ ਪੈਦਾ ਹੋ ਜਾਣੀ। ਉਸ ਵੇਲੇ ਭਗਤੀ ਕਰਨੀ ਉਹ ਇਹ ਹੈ ਕਿ ਜਿਸ ਠਾਕੁਰ ਸਿਉ ਨਾਹੀ ਚਾਰਾ। ਚਾਰਾ ਦੇ ਅਰਥ ਨੇ ਤਾਕਤ ਜਿਸ ਅੱਗੇ ਨਹੀਂ ਚੱਲਦੀ, ਜਿਹਦੇ ਨਾਲ ਕੋਈ ਵੀ ਸ਼ਕਤੀ ਆਪਾਂ ਕੰਮ ਨਹੀਂ ਕਰ ਸਕਦੇ, ਉਹਨੂੰ ਅਸੀਂ ਹਰਾ ਨਹੀਂ ਸਕਦੇ। ਤਾਂ ਕੋ ਕੀਜੈ ਸਦ ਨਮਸਕਾਰਾ। ਸਦੀਵ ਹੀ ਉਹਦੇ ਭਾਣੇ ਵਿੱਚ ਉਹਦੇ ਅੱਗੇ ਝੁਕਣਾ ਚਾਹੀਦਾ। ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਾਂ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਦੋਂ ਕਿਸੇ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ, ਕਿਉਂਕਿ ਮਿੱਠਾ ਨਹੀਂ ਲੱਗਦਾ ਸਾਧ ਸੰਗਤ, ਕੌੜਾ ਲੱਗਦਾ ਸ਼ੁਰੂ ਵਿੱਚ ਬਹੁਤ। ਮੈਂ ਬੇਨਤੀ ਕਰਾਂ, ਧਰਮ ਜਿੰਨੀ ਕੌੜੀ ਚੀਜ਼ ਨਹੀਂ ਸ਼ੁਰੂ ਵਿੱਚ, ਸੰਸਾਰ ਜਿੰਨੀ ਮਿੱਠੀ ਚੀਜ਼ ਨਹੀਂ ਸ਼ੁਰੂ ਵਿੱਚ। ਜਿੱਥੋਂ ਧਰਮ ਸ਼ੁਰੂ ਹੁੰਦਾ ਹੈ, ਜਿੰਨੀ ਕੁੜਿੱਤਣ ਧਰਮ ਵਿੱਚ ਹੈ, ਉਨੀ ਹੋਰ ਕਿਸੇ ਚੀਜ਼ ਦੇ ਵਿੱਚ ਨਹੀਂ। ਜਿੱਥੋਂ ਸੰਸਾਰ ਆਰੰਭ ਹੁੰਦਾ ਹੈ, ਉਨੀ ਮਿਠਾਸ ਹੋਰ ਕਿਸੇ ਚੀਜ਼ ਦੇ ਵਿੱਚ ਨਹੀਂ। ਪਰ ਜਿੱਥੇ ਜਾ ਕੇ ਧਰਮ ਦਾ ਐਂਡ ਆਉਣ ਲੱਗਦਾ, ਵੈਸੇ ਧਰਮ ਦਾ ਅੰਤ ਕੋਈ ਨਹੀਂ, ਯਾਨੀ ਕਿ ਬੰਦਾ ਅੱਗੇ ਚਲਾ ਜਾਏ। ਜਦੋਂ ਧਰਮ ਦਾ ਅਗਲਾ ਹਿੱਸਾ ਆਉਂਦਾ, ਉਹਦੇ ਵਰਗੀ ਮਿਠਾਸ ਕੋਈ ਨਹੀਂ, ਤੇ ਜਦੋਂ ਸੰਸਾਰ ਦਾ ਅਗਲਾ ਹਿੱਸਾ ਆਉਂਦਾ, ਉਹਦੇ ਵਰਗੀ ਕੁੜਿੱਤਣ ਕੋਈ ਨਹੀਂ ਹੈ। ਇਹ ਦੋਵਾਂ ਦਾ ਨਾਪ ਤੋਲ ਇਕੱਠਾ ਹੈ। ਇਸ ਕਰਕੇ ਇਹਦੀ ਆਰੰਭਤਾ ਕੌੜੀ ਏ। ਸ਼ਾਇਦ ਪਰਮਾਤਮਾ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ। ਜਿਹੜੀਆਂ ਵੀ ਚੀਜ਼ਾਂ ਸੰਸਾਰ ਦੇ ਅੰਦਰ ਗੁਰੂ ਕੇ ਸਵਾਰਿਓ ਮਿੱਠੀਆਂ ਨੇ ਜਾਂ ਕੀਮਤੀ ਨੇ, ਉਹਨਾਂ ਨੂੰ ਕੁਦਰਤ ਨੇ ਲੁਕਾ ਕੇ ਰੱਖਿਆ। ਤੁਸੀਂ ਕਦੀ ਵੇਖੋ, ਮਿੱਟੀ ਬਾਹਰ ਪਈ ਏ, ਪਰ ਸੋਨੇ ਦੀਆਂ ਖਾਨਾਂ ਵਿੱਚ ਬੜੀਆਂ ਡੂੰਘੀਆਂ ਨੇ ਜ਼ਮੀਨ ਦੇ, ਇੰਨੀ ਜਲਦੀ ਨਹੀਂ ਹੱਥ ਵਿੱਚ ਆਉਂਦਾ। ਚਾਂਦੀ ਦੀਆਂ ਖਾਨਾਂ, ਸੋਨੇ ਦੀਆਂ, ਹੀਰਿਆਂ ਦੀਆਂ ਖਾਨਾਂ ਬਹੁਤ ਲੁਕਾ ਕੇ ਰੱਖੀਆਂ ਕੁਦਰਤ ਨੇ। ਤੁਸੀਂ ਕਦੀ ਵੇਖੋ, ਕੁਦਰਤ ਵੱਲ ਝਾਤੀ ਮਾਰ ਕੇ, ਜੇ ਬੰਦੇ ਨੇ ਬਦਾਮ ਖਾਣਾ ਹੋਵੇ ਤੇ ਉਹਦੇ ਆਲੇ ਦੁਆਲੇ ਕਿੰਨਾ ਸਖਤ ਕਵਰ ਲਾਇਆ ਕੁਦਰਤ ਨੇ, ਉਹਨੂੰ ਤੋੜਨਾ ਪੈਂਦਾ। ਹੋਰ ਕਈ ਐਸੀਆਂ ਚੀਜ਼ਾਂ ਨੇ। ਤੁਸੀਂ ਗੰਨੇ ਵੱਲ ਝਾਤੀ ਪਾਓ, ਜੇ ਅਸੀਂ ਸੋਚੀਏ ਵੀ ਇਸ ਗੰਨੇ ਦੇ ਰਸ ਨੂੰ ਚੂਸ ਲਈਏ, ਤੇ ਕੁਦਰਤ ਨੇ ਉਸ ਗੰਨੇ ਦੇ ਰਸ ਦੇ ਉੱਤੇ ਬੜਾ ਸਖਤ ਕਵਰ ਚੜਾਇਆ, ਜਿਹਨੂੰ ਤੋੜਨਾ ਪੈਂਦਾ ਤਾਂ ਉਸ ਰਸ ਤੱਕ ਜਾਈਦਾ। ਤਾਂ ਇਹ ਜਿੰਨੀਆਂ ਵੀ ਕੀਮਤੀ ਚੀਜ਼ਾਂ ਨੇ, ਉਹਨਾਂ ਵਿੱਚੋਂ ਸਭ ਤੋਂ ਕੀਮਤੀ ਹੈ ਪਰਮਾਤਮਾ ਦਾ ਨਾਮ, ਉਹਦੀ ਯਾਦ। ਤਾਂ ਉਹਦੇ ਤੱਕ ਜਾਣ ਵਾਸਤੇ ਸਾਨੂੰ ਹੋਰ ਵੀ ਸਖਤ ਰਸਤਿਆਂ ਤੋਂ ਗੁਜ਼ਰਨਾ ਪੈਂਦਾ। ਉਹ ਸਿੱਧਾ ਨਹੀਂ ਹੈ। ਹਾਲਾਂਕਿ ਸਤਿਗੁਰੂ ਨੇ ਸਰਲ ਕਰ ਦਿੱਤਾ, ਸਿੱਧਾ ਕਰ ਦਿੱਤਾ ਸਾਡੇ ਵਾਸਤੇ। ਬੜੀਆਂ ਚੀਜ਼ਾਂ ਉਹਨਾਂ ਨੇ ਖੋਲ੍ਹ ਦਿੱਤੀਆਂ, ਪਰ ਇੰਨਾ ਸਰਲ ਨਹੀਂ। ਉਹਨੂੰ ਸਖਤੀ ਦੇ ਵਿੱਚੋਂ ਲੰਘ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ, ਕੁਝ ਵਿਰਲੇ ਲੋਕ ਨੇ ਜਿਨ੍ਹਾਂ ਨੂੰ ਪ੍ਰਭੂ ਮਿੱਠਾ ਲੱਗਣ ਲੱਗ ਪਵੇ, ਭਾਵ ਉਹਦੇ ਉਸ ਹਿੱਸੇ ਤੱਕ ਚਲੇ ਜਾਣ ਜਿੱਥੇ ਉਹ ਕੁੜਿੱਤਣ ਨੂੰ ਖਾ ਕੇ, ਕੌੜੇਪਨ ਨੂੰ ਖਾ ਕੇ ਅੱਗੇ ਚਲੇ ਜਾਂਦੇ ਨੇ। ਤਾਂ ਪਹਿਲਾਂ ਕੌੜਾਪਣ ਮੰਨਣਾ ਪੈਂਦਾ। ਸੱਚਾਈ ਇਹ ਹੈ, ਜੇ ਕਿਸੇ ਨੂੰ ਧਰਮ ਦੇ ਮਾਰਗ ਤੇ ਤੋਰਨਾ ਹੋਵੇ ਤੇ ਉਹਨੂੰ ਸਭ ਤੋਂ ਪਹਿਲਾਂ ਇਹ ਕਹਿਣਾ ਬਿਲਕੁਲ ਗਲਤ ਹੈ ਵੀ ਤੂੰ ਤੁਰ ਕੇ ਵੇਖ, ਰੱਬ ਦਾ ਨਾਮ ਬਹੁਤ ਮਿੱਠਾ ਹੈ। ਬਿਲਕੁਲ ਗਲਤੀ ਹੈ, ਨਹੀਂ ਹੋ ਸਕਦਾ। ਜਿੰਨੇ ਆਰੰਭ ਵਿੱਚ ਤੁਰਨਾ ਹੈ ਉਹਨੂੰ ਤੇ ਇਹ ਕਹਿਣਾ ਚਾਹੀਦਾ। ਜੇ ਤਾਂ ਭਾਈ ਗੁਰਦਾਸ ਜੀ ਨੂੰ ਪੁੱਛੋ, ਕਹਿਣਗੇ ਵੀ ਆਰੰਭਤਾ ਇਹਦੀ ਇਸ ਤਰ੍ਹਾਂ ਦੀ ਹੈ ਜਿਵੇਂ ਕਿਸੇ ਬੰਦੇ ਨੇ ਰੇਤ ਫੜ ਕੇ ਆਪਣੇ ਮੂੰਹ ਵਿੱਚ ਫੱਕਾ ਮਾਰ ਲਿਆ, ਸਾਰਾ ਮੂੰਹ ਕਿਰਕਰਾ ਹੋ ਗਿਆ, ਦੰਦਾਂ ਵਿੱਚ ਰੇਤ ਫਸ ਗਈ, ਬਹੁਤ ਬੇਸਵਾਦਾ ਕੰਮ ਹੋ ਗਿਆ। ਹੋਰ ਉਹਨਾਂ ਨੇ ਕਿਹਾ ਵੀ ਜੇ ਤੂੰ ਪਰਮਾਤਮਾ ਦੇ ਮਾਰਗ ਤੇ ਤੁਰਨਾ ਤੇ ਇਹਦੀ ਆਰੰਭਤਾ ਇਸ ਤਰ੍ਹਾਂ ਦੀ ਹੈ ਕਿ ਤੂੰ ਅੱਕ ਦਾ ਬੂਟਾ ਵੇਖਿਆ,
ਅੱਕ ਦੇ ਬੂਟੇ ਨੂੰ ਫੁੱਲ ਲੱਗਦੇ ਨੇ ਜਾਮਣੂ ਰੰਗ ਦੇ, ਕਹਿੰਦੇ ਉਹਨਾਂ ਫੁੱਲਾਂ ਨੂੰ ਤੋੜ ਕੇ ਖਾ ਕੇ ਵੇਖੀ, ਜਿੰਨੇ ਕੌੜੇ ਉਹ ਨੇ ਇੰਨਾ ਕੌੜਾ ਰੱਬ ਦਾ ਨਾਮ ਹੈ ਸ਼ੁਰੂ। ਭਾਈ ਗੁਰਦਾਸ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਭਾਵੇਂ ਜੀਵਨ ਦੀ ਵਿਆਖਿਆ ਕੀਤੀ, ਪਰ ਉਹਨਾਂ ਨੇ ਇੱਕ ਸ਼ਬਦ ਕਿਹਾ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਇਹ ਉਹਨਾਂ ਗੁਰਮੁਖਾਂ ਵਾਸਤੇ ਉਪਦੇਸ਼ ਬੜੇ ਕੰਮ ਤੇ ਆਉਣ ਵਾਲੇ ਨੇ, ਜਿਨ੍ਹਾਂ ਦੇ ਮਨ ਵਿੱਚ ਇਸ ਅਧਿਆਤਮ ਗੁਰੂ ਦੇ ਮਾਰਗ ਤੇ ਆਪਣੇ ਜੀਵਨ ਦੇ ਹੀਰੇ ਨੂੰ ਲੱਭਣ ਦੀ ਅੰਦਰ ਕੋਈ ਇੱਛਾ ਹੈ। ਬਾਕੀ ਜਿਹੜਾ ਆਪਾਂ ਨੇ ਬਿਨਾਂ ਇੱਛਾ ਤੋਂ ਧਰਮੀ ਆ, ਇਹਨਾਂ ਦੀ ਤੇ ਗੱਲ ਛੱਡੋ ਸੱਸ, ਇਹ ਤੇ ਬਹੁਤ ਗਿਣਤੀ ਵਿੱਚ, ਜਿਨ੍ਹਾਂ ਦਾ ਪ੍ਰਯੋਜਨ ਹੀ ਕੋਈ ਨਹੀਂ, ਜ਼ਿੰਦਗੀ ਵਧੀਆ ਲੰਘਾ ਲੈਣੀ, ਕੱਪੜੇ ਚੰਗੇ ਪਾ ਲੈਣੇ, ਪ੍ਰਸ਼ਾਦਾ ਚੰਗਾ ਛਕ ਲੈਣਾ, ਇਹ ਗੱਲ ਹੋਰ ਲੋਕਾਂ ਦੀ, ਧਰਮੀ ਲੋਕਾਂ ਦੀ ਗੱਲ ਨਹੀਂ ਹੈ। ਜਿਹੜੇ ਇਸ ਮਾਰਗ ਦੇ ਖੋਜੀ ਨੇ, ਲੱਭਦੇ ਨੇ ਕੁਝ ਜੀਵਨ ਵਿੱਚੋਂ, ਵੀ ਜੇ ਆਪਾਂ ਧਰਮ ਦੇ ਮਾਰਗ ਤੇ ਤੁਰਿਆ ਕੁਝ ਲੱਭ ਤੇ ਲਈਏ ਜੀਵਨ ਵਿੱਚੋਂ, ਉਹਨਾਂ ਵਾਸਤੇ ਹੈ। ਉਹਨਾਂ ਵਾਸਤੇ ਇਹ ਉਪਦੇਸ਼ ਕੰਮ ਦੇ ਸਕਦੇ ਨੇ ਕਿ ਜੇ ਤੂੰ ਰੱਬ ਦੇ ਘਰ ਵੱਲ ਜਾਣਾ ਤੇ ਫਿਰ ਤੈਨੂੰ ਆਰੰਭ ਵਿੱਚ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਲੰਘਣਾ ਪਏਗਾ ਜਿਵੇਂ ਰੇਤ ਖਾਈਦੀ, ਜਿਵੇਂ ਅੱਕ ਖਾਈਦਾ, ਇੰਨਾ ਕੌੜਾ। ਭਾਈ ਗੁਰਦਾਸ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਾਰੇ ਕਹਿੰਦੇ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ। ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਇੱਥੇ ਤਿੰਨ ਚੀਜ਼ਾਂ ਵੱਲ ਧਿਆਨ ਦੇਣਾ। ਇਹ ਗੁਰੂ ਨਾਨਕ ਦੇਵ ਜੀ ਬਾਰੇ ਕਹਿ ਰਹੇ ਨੇ ਵੀ ਉਹਨਾਂ ਨੇ ਤਪ ਕੀਤਾ ਤੇ ਅੱਕ ਖਾਧੇ ਤੇ ਰੇਤ ਤੇ ਰੋੜ ਵਿਛਾ ਕੇ ਉੱਤੇ ਬੈਠੇ। ਇਹ ਸਿੰਬਲ ਨੇ, ਇਸ਼ਾਰੇ ਨੇ, ਪ੍ਰਤੀਕ ਨੇ। ਗੁਰੂ ਨਾਨਕ ਦੇਵ ਜੀ ਨੇ ਵੈਸੇ ਬਾਹਰੀ ਤੌਰ ਤੇ ਅੱਕ ਨਹੀਂ ਖਾਧੇ, ਬਾਹਰੀ ਤੌਰ ਤੇ ਉਹਨਾਂ ਰੇਤ ਨਹੀਂ ਖਾਧੀ ਤੇ ਨਾ ਰੋੜਾਂ ਦੇ ਉੱਤੇ ਬੈਠੇ। ਗੁਰਦੁਆਰਾ ਵੀ ਹੈ ਨਾ ਰੋੜੀ ਸਾਹਿਬ ਏਮਨਾਬਾਦ ਵਿੱਚ। ਪਰ ਇਹ ਕਿਉਂ? ਇਹਦਾ ਕਾਰਨ ਕੀ ਸੀ? ਇਹਦਾ ਕਾਰਨ ਦੱਸ ਰਹੇ ਸਨ ਵੀ ਸੱਜਣਾ, ਜਿਸ ਮਾਰਗ ਤੇ ਤੁਰਨਾ ਹੈ ਤੇ ਆਰੰਭ ਵਿੱਚ ਤੇਰਾ ਮੂੰਹ ਇਸ ਤਰ੍ਹਾਂ ਹੋ ਜਾਏਗਾ ਜਿਵੇਂ ਰੇਤ ਖਾਈਦੀ ਹੈ, ਕੋਈ ਰਸ ਨਹੀਂ ਆਉਣਾ ਸ਼ੁਰੂ ਵਿੱਚ, ਕੌੜਾ ਹੋ ਜਾਏਗਾ, ਬਿਲਕੁਲ ਪਾਠ ਕਰੇਗਾ। ਫਿਰ ਰੋੜਾਂ ਕੀ ਗੁਰ ਕਰੀ ਵਿਛਾਈ, ਵਿਛਾਈ ਦਾ ਅਰਥ ਹੈ ਤੁਲਾਈ। ਇਹਦੇ ਅਰਥ ਨੇ ਵੀ ਜੇ ਤੂੰ ਸ਼ੁਰੂ ਵਿੱਚ ਬਹਿ ਕੇ ਸੋਚਿਆ ਕਿ ਮੈਂ 1-2 ਘੰਟਾ ਬਾਣੀ ਪੜ੍ਹਾਂ, ਨਾਮ ਜਪਾਂ, ਭਾਵੇਂ ਤੂੰ ਤੁਲਾਈ ਤੇ ਬੈਠ ਜੀ, ਭਾਵੇਂ ਕਿੱਥੇ ਬੈਠ ਜੀ, ਤੈਨੂੰ ਇੰਜ ਲੱਗੇਗਾ ਮੇਰੇ ਥੱਲੇ ਰੋੜ ਵਿਛੇ ਹੋਏ ਨੇ। ਕਦੀ ਲੱਤਾਂ ਨੂੰ ਦਰਦ ਹੋਵੇਗੀ, ਕਦੀ ਪੈਰ ਸੌਂ ਜਾਣਗੇ, ਕਦੀ ਕਮਰ ਵਿੱਚ ਦਰਦ ਹੋਏਗੀ, ਕਦੀ ਨੀਂਦ ਆ ਜਾਏਗੀ। ਉਹ ਇਉਂ ਸਮਝੇ ਵੀ ਰੋੜਾਂ ਦੇ ਉੱਤੇ ਤੂੰ ਬੈਠਾ ਹੋਇਆ, ਸੌਖਾ ਨਹੀਂ ਹੈ ਕਾਰਜ। ਤਾਂ ਇਹ ਆਉਣ ਦੀ ਸੰਭਾਵਨਾ ਹੁੰਦੀ ਹੈ। ਇਸ ਕਰਕੇ ਉਹ ਸੁਚੇਤ ਕਰਦੇ ਨੇ ਵੀ ਇਸ ਮਾਰਗ ਤੇ ਕਿਤੇ ਬੈਠ ਕੇ, ਕਈ ਸੱਜਣ ਪਹਿਲੇ ਦਿਨ ਹੀ ਕਹਿੰਦੇ ਨੇ ਵੀ 1-2 ਦਿਨ ਬੈਠ ਕੇ ਕਹਿੰਦੇ ਨੇ ਵੀ ਇਸ ਪੈਰ ਨੂੰ ਇਹ ਹੁੰਦਾ ਹੈ, ਇਸ ਲੱਤ ਨੂੰ ਇਹ ਹੁੰਦਾ ਹੈ, ਆਹ ਮੋਢਾ ਥੱਕ ਜਾਂਦਾ ਹੈ। ਸਾਧ ਸੰਗਤ, ਤੁਸੀਂ ਇੱਕ ਆਮ ਬੰਦੇ ਨੂੰ ਪੁੱਛੋ ਜਿਹੜਾ 10-12 ਹਜ਼ਾਰ ਤਨਖਾਹ ਲੈਂਦਾ ਹੈ, ਉਹ ਸਵੇਰੇ 8 ਵਜੇ ਜਾ ਕੇ ਕੰਮ ਸ਼ੁਰੂ ਕਰਦਾ ਹੈ ਤੇ ਸ਼ਾਮ ਦੇ 5 ਵਜੇ ਤੱਕ ਕੰਮ ਕਰਦਾ ਰਹਿੰਦਾ ਹੈ। ਆ ਕੇ ਕਦੀ ਨਹੀਂ ਕਿਸੇ ਨੂੰ ਕਹਿੰਦਾ ਵੀ ਮੇਰੀਆਂ ਅੱਜ ਲੱਤਾਂ ਦਰਦ ਹੁੰਦੀਆਂ ਨੇ, ਮੇਰੇ ਹੱਥ ਦਰਦ ਹੁੰਦੇ ਨੇ, ਮੇਰਾ ਸਿਰ ਦਰਦ ਹੁੰਦਾ। ਉਹਨੂੰ ਪਤਾ ਹੈ ਵੀ ਜੇ ਮਿਹਨਤ ਕਰਨੀ ਹੈ ਤੇ ਇਹ ਤਾਂ ਹੋਣਾ ਹੀ ਹੋਣਾ। ਇਸ ਕਰਕੇ ਸਾਧ ਸੰਗਤ, ਜਿਹੜਾ ਅਸੀਂ ਵਾਰ-ਵਾਰ ਸਰੀਰ ਦੀ ਸ਼ਿਕਾਇਤ ਕਰਨੇ ਆ ਨਾ, ਇਹਦਾ ਮਤਲਬ ਸਾਡਾ ਧਿਆਨ ਸਰੀਰ ਵਿੱਚ ਹੈ, ਬਾਣੀ ਵਿੱਚ ਨਹੀਂ। ਜਿੱਥੇ ਧਿਆਨ ਹੈ ਦਰਦ ਉੱਥੇ ਮਹਿਸੂਸ ਹੋਵੇ। ਅਸੀਂ ਧਿਆਨ ਇਸ ਚੀਜ਼ ਦਾ ਰੱਖਦੇ ਹਾਂ ਵੀ ਸਰੀਰ ਦਰਦ ਹੋਣਾ ਹੀ ਹੋਣਾ, ਇਸ ਕਰਕੇ ਹੋਰ ਵੱਧ ਹੁੰਦਾ। ਤਾਂ ਸਤਿਗੁਰੂ ਇੱਥੇ ਕਹਿ ਰਹੇ ਨੇ ਕਿ ਜਿਹਨੂੰ ਮਿੱਠਾ ਲੱਗ ਗਿਆ ਫਿਰ ਉਹਦੇ ਜੀਵਨ ਵਿੱਚ ਇਹ ਰੁਕਾਵਟਾਂ ਨਹੀਂ। ਹਜ਼ੂਰ ਕਹਿੰਦੇ, ਜਾਂ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਬੂਠਾ ਦੇ ਅਰਥ ਨੇ ਵਸਣਾ। ਸਾਰੇ ਦੇ ਸਾਰੇ ਸੁਖ ਉਹਦੇ ਮਨ ਵਿੱਚ ਮੀਂਹ ਬਣ ਕੇ ਵਸ ਪਏ। ਜਿਸ ਜਾਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਇਹ ਸ਼ਬਦ ਬਹੁਤ ਹੀ ਮਹੱਤਵਪੂਰਨ ਨੇ। ਜਿਸ ਜਨ ਆਪਣਾ ਹੁਕਮ ਮਨਾਇਆ, ਕਿਉਂਕਿ ਹੁਕਮ ਤੇ ਗੁਰੂ ਦਾ ਹੁੰਦਾ। ਇੱਥੇ ਲਿਖਿਆ ਆਪਣਾ ਹੁਕਮ ਮਨਾਇਆ।
ਸ਼ਬਦ ਤੇ ਗੁਰੂ ਦਾ ਹੁੰਦਾ ਹੈ। ਇੱਕ ਥਾਂ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਹੈ ਕਿ ਤਿਨ ਕਾ ਸ਼ਬਦ ਸੱਚਾ ਸਵਾਰਿਆ ਆਨੰਦ ਸਾਹਿਬ। ਇਹਨਾਂ ਸ਼ਬਦਾਂ ਵੱਲ ਧਿਆਨ ਦੇਣਾ, ਇਹ ਕੋਈ ਇਸ਼ਾਰਾ ਕਰਦੇ ਜਿਸ ਜਨ ਆਪਣਾ ਹੁਕਮ ਮਨਾਇਆ। ਸਾਨੂੰ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਹੈ, ਠੀਕ ਕਿਹੜੇ ਕੰਮ ਨੇ ਪਰਮਾਤਮਾ ਨੇ ਉਹ ਸਾਡੇ ਵਿੱਚ ਫਿੱਟ ਕੀਤੇ ਹੋਏ ਨੇ। ਸ਼ੁਰੂ ਵਿੱਚ ਜਦੋਂ ਦਾ ਸਾਨੂੰ ਘੜਿਆ, ਜਦੋਂ ਦਾ ਸਾਨੂੰ ਬਣਾਇਆ, ਪਰ ਉਹਦੇ ਉੱਪਰ ਅਸੀਂ ਵੱਖ-ਵੱਖ ਸੰਗਤ ਕਰਕੇ ਕਈ ਤਰ੍ਹਾਂ ਦੇ ਖਿਆਲ ਇਕੱਠੇ ਕਰ ਲੈਨੇ। ਹੁਣ ਅਸੀਂ ਉਹਨਾਂ ਅਨੁਸਾਰ ਜੀਨੇ ਆ, ਕਹਿੰਦੇ ਆ ਸਾਡਾ ਮਨ ਹੁਣ ਇਹ ਕਹਿੰਦਾ। ਪਰ ਜਿਹੜੇ ਗੁਰਮੁਖਾਂ ਨੇ ਗੁਰਬਾਣੀ ਨਾਲ ਚਿੱਤ ਜੋੜਿਆ, ਗੁਰੂ ਕੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰ ਲਿਆ, ਅਕਾਲ ਪੁਰਖ ਦੇ ਨਾਮ ਦੀ ਕਮਾਈ ਕੀਤੀ, ਉਹਨਾਂ ਦੀ ਜ਼ਿੰਦਗੀ ਵਿੱਚੋਂ ਇਹ ਬਾਹਰਲੇ ਬਣੇ ਹੋਏ ਖਿਆਲ ਟੁੱਟ ਜਾਂਦੇ ਨੇ ਤੇ ਉਹਨਾਂ ਦੇ ਧੁਰ ਅੰਦਰ ਜਿਹੜਾ ਪਰਮਾਤਮਾ ਦਾ ਹੁਕਮ ਹੈ ਨਾ, ਉਹਨਾਂ ਨੂੰ ਸੁਣਨ ਲੱਗ ਪੈਂਦਾ ਹੈ। ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਲਿਖਿਆ ਨਾਲ, ਤੇਰੇ ਨਾਲ ਉਹਦਾ ਹੁਕਮ ਲਿਖਿਆ ਹੈ। ਜਿੱਦਣ ਤੈਨੂੰ ਕਿਤਾਬ ਪੜ੍ਹਨ ਦੀ ਜਾਚ ਆ ਗਈ, ਉਸ ਦਸ਼ਾ ਵਿੱਚ ਜਾ ਕੇ ਫਿਰ ਧਾਰਮਿਕ ਵੇਦ ਪੁਰਾਣ ਵੀ ਪਿੱਛੇ ਰਹਿ ਜਾਂਦੇ ਨੇ। ਉਹਨੂੰ ਬਾਹਰੋਂ ਨਹੀਂ ਪੁੱਛਣਾ ਪੈਂਦਾ ਵੀ ਕੀ ਕਰਨਾ ਚਾਹੀਦਾ। ਜਿਸ ਬੰਦੇ ਨੇ ਆਪਣੇ ਹੀ ਅੰਦਰੋਂ ਲੇਖ ਪੜ੍ਹ ਲਏ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਲਿਖਿਆ ਨਾਲ, ਉਹਨੇ ਆਪਣੇ ਹੁਕਮ ਨੂੰ ਮਨਾ ਲਿਆ। ਜਿਹੜਾ ਉਹਦੇ ਅੰਦਰ ਪਰਮਾਤਮਾ ਦਾ ਹੁਕਮ ਹੈ ਉਹਨੇ ਉਹ ਮੰਨਿਆ। ਜਿਸ ਜਨ ਆਪਣਾ ਹੁਕਮ ਮਨਾਇਆ, ਹਜ਼ੂਰ ਕਹਿੰਦੇ ਸਰਬ ਥੋਕ ਨਾਨਕ ਤਿਨ ਪਾਇਆ। ਥੋਕ ਕਹਿੰਦੇ ਨੇ ਵਸਤੂਆਂ ਨੂੰ। ਇਉਂ ਸਮਝੋ ਕਿ ਉਸਨੇ ਸਾਰੇ ਥੋਕ, ਸਾਰੀਆਂ ਵਸਤੂਆਂ ਜਿੰਨੀਆਂ ਜ਼ਰੂਰਤਾਂ ਨੇ ਜੀਵਨ ਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਪੂਰੀਆਂ ਕਰ ਲਈਆਂ। ਭਾਵ ਉਹ ਸਮਰੱਥ ਹੋ ਗਿਆ, ਸਭ ਕੁਝ ਪ੍ਰਾਪਤ ਕਰ ਲਿਆ। ਅਗਨਤ ਸਾਹੋ ਆਪਣੀ ਦੇ ਰਾਸ। ਅਗਨਤ, ਗਣਤ ਦੇ ਅੱਗੇ ਐੜਾ ਲੱਗਾ। ਗਣਤ ਦਾ ਅਰਥ ਹੈ ਗਿਣਨ ਵਿੱਚ ਆਉਣ ਵਾਲੀ ਚੀਜ਼। ਜਦੋਂ ਅੱਗੇ ਐੜਾ ਲੱਗ ਗਿਆ, ਉਹਦੇ ਅਰਥ ਨੇ ਗਿਣੀਆਂ ਨਾ ਜਾਣ ਵਾਲੀਆਂ ਵਸਤੂਆਂ। ਅਗਣਤ ਸਾਹੋ, ਸਾਹੋ ਦਾ ਅਰਥ ਹੈ ਪਰਮਾਤਮਾ। ਪਰਮਾਤਮਾ ਸ਼ਾਹ ਨੇ ਸਾਨੂੰ ਇੰਨੀਆਂ ਚੀਜ਼ਾਂ ਦਿੱਤੀਆਂ ਹਨ, ਇੰਨੀਆਂ ਵਸਤੂਆਂ ਦਿੱਤੀਆਂ ਹਨ ਕਿ ਉਹਨਾਂ ਨੂੰ ਅਸੀਂ ਗਿਣ ਨਹੀਂ ਸਕਦੇ। ਸੱਚ ਜਾਣੋ, ਕਿਸੇ ਵਿਗਿਆਨਕ ਨੂੰ ਪੁੱਛੋ, ਕਿਸੇ ਸਰੀਰ ਦੇ ਖੋਜੀ ਨੂੰ ਪੁੱਛੋ ਵੀ ਸਰੀਰ ਦੇ ਵਿੱਚ ਕਿੰਨਾ ਕੁ ਪਸਾਰਾ ਹੈ, ਕਿੰਨਾ ਕੁ ਪ੍ਰਬੰਧ ਹੈ, ਕਿੰਨੀ ਤਰ੍ਹਾਂ ਦੇ ਤੱਤ ਨੇ, ਕਿੰਨੀਆਂ ਨਾੜੀਆਂ ਨੇ, ਕਿੰਨਾ ਜਾਲ ਵਿਛਿਆ ਹੋਇਆ, ਤੇ ਵੇਖ ਕੇ ਚਕਰਿਤ ਹੋ ਜਾਂਦਾ ਹੈ, ਚਕਰਾ ਜਾਂਦਾ ਵੀ ਕਿੰਨੇ ਬਣਾ ਦਿੱਤਾ ਇਹਨਾਂ ਸਿਸਟਮ, ਇਹਨਾਂ ਕੰਟਰੋਲ ਸਰੀਰ ਦੇ ਵਿੱਚ ਸਿਸਟਮ ਸਾਰਾ। ਤਾਂ ਉਹਨੂੰ ਪੁੱਛ ਕੇ ਵੇਖੋ ਵੀ ਸਾਨੂੰ ਕਿੰਨੀਆਂ ਚੀਜ਼ਾਂ ਦਿੱਤੀਆਂ ਨੇ, ਉਹ ਗਿਣਨ ਵਿੱਚ ਨਹੀਂ ਆਉਂਦੀਆਂ, ਗਿਣੀਆਂ ਨਹੀਂ ਜਾ ਸਕਦੀਆਂ। ਅਗਨਤ ਸਾਹੋ ਆਪਣੀ ਦੇ ਰਾਸ। ਰਾਸ ਦੇ ਅਰਥ ਨੇ ਪੂੰਜੀ। ਉਹਨੇ ਸਾਨੂੰ ਇੰਨੀ ਪੂੰਜੀ ਦਿੱਤੀ ਹੈ, ਇੰਨਾ ਧਨ ਦਿੱਤਾ ਹੈ, ਪਰ ਇਹ ਕਰਦਾ ਕੀ? ਇਹ ਲੈ ਕੇ ਕਹਿੰਦੇ ਖਾਤ ਪੀਤ ਵਰਤੈ ਅਨੰਦ ਉਲਾਸ। ਮਿਲੀਆਂ ਹੋਈਆਂ ਵਸਤੂਆਂ ਨੂੰ ਖਾਂਦਾ ਰਹਿੰਦਾ ਹੈ, ਪੀਂਦਾ ਰਹਿੰਦਾ ਹੈ, ਵਰਤਦਾ ਰਹਿੰਦਾ ਹੈ, ਆਨੰਦ ਕਰਦਾ ਰਹਿੰਦਾ, ਉਲਾਸ ਤੇ ਮੌਜਾਂ ਮਾਣਦਾ ਰਹਿੰਦਾ। ਪਰ ਅੱਗੇ ਸਤਿਗੁਰਾਂ ਨੇ ਬਚਨ ਕੀਤੇ, ਕਹਿੰਦੇ ਆਪਣੀ ਅਮਾਨ ਕਛ ਬਾਹੁਰ ਸੌਲੇ। ਜਿੰਨੇ ਇੰਨੀਆਂ ਚੀਜ਼ਾਂ ਦਿੱਤੀਆਂ ਨੇ, ਜੇ ਉਹ ਸ਼ਾਹ ਉਹਨਾਂ ਵਿੱਚੋਂ ਇੱਕ ਦੋ ਵਾਪਸ ਮੰਗ ਲੈ, ਥੋੜਾ ਜਿਹਾ ਘੱਟ ਹੋ ਜਾਏ। ਜਿਹੜੀਆਂ ਦਿੱਤੀਆਂ ਉਸਨੇ, ਉਹਦੇ ਵਿੱਚੋਂ ਥੋੜੀਆਂ ਜਿਹੀਆਂ ਚੀਜ਼ਾਂ ਵਾਪਸ ਲੈ ਲਈਆਂ। ਆਪਣੀ ਅਮਾਨ। ਅਮਾਨ ਸ਼ਬਦ ਬਹੁਤ ਪਿਆਰਾ ਹੈ। ਅਮਾਨਤ, ਅਮਾਨਤ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਵਸਤੂ ਦੇਣੀ ਤੇ ਕਹਿਣਾ ਇਹਨੂੰ ਸੰਭਾਲ ਕੇ ਰੱਖੀ, ਵਰਤ ਲੈ, ਖਰਾਬ ਨਾ ਹੋਣ ਦੇਈ, ਮੈਂ ਤੇਰੇ ਤੋਂ ਆ ਕੇ ਲੈ ਲਵਾਂਗਾ। ਬਿਲਕੁਲ ਇਸੇ ਤਰ੍ਹਾਂ ਆਹ ਸਰੀਰ, ਆਹ ਸਾਰਾ ਕੁਝ ਸਾਨੂੰ ਅਕਾਲ ਪੁਰਖ ਨੇ ਅਮਾਨਤ ਦੇ ਤੌਰ ਤੇ ਦਿੱਤਾ ਹੈ। ਪਰ ਕਈ ਵਾਰੀ ਬੰਦਾ ਅਮਾਨਤ ਲੈ ਕੇ ਉਹਨੂੰ ਆਪਣੀ ਸਮਝਣ ਲੱਗ ਪੈਂਦਾ, ਉਹਨੂੰ ਵਰਤ ਕੇ ਖਰਾਬ ਕਰ ਦਿੰਦਾ ਤੇ ਵਾਪਸ ਮੋੜਨ ਦੇ ਟਾਈਮ ਤੱਕ ਉਹ ਨਸ਼ਟ ਹੋ ਜਾਂਦੀ ਹੈ। ਜੀਵਨ ਸਾਨੂੰ ਮਿਲਿਆ ਸੀ ਵਰਤਣ ਵਾਸਤੇ, ਅਮਾਨਤ ਸੀ ਔਰ ਵਾਪਸ ਦੇਣਾ ਸੀ, ਪਰ ਅਸੀਂ ਉਹਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਾਂ। ਮੌਤ ਕਿਹਨੂੰ ਕਹਿੰਦੇ ਨੇ? ਮੌਤ ਦੇ ਅਰਥ ਨੇ ਕਬਜ਼ਾ ਹਟਾਉਣ ਵਾਲੀ ਸ਼ਕਤੀ। ਫਿਰ ਉਹ ਧੱਕੇ ਨਾਲ ਖਿੱਚ ਕੇ ਸਾਨੂੰ ਬਾਹਰ ਕੱਢਦੀ। ਜਿਵੇਂ ਕੋਈ ਆਦਮੀ ਕਿਰਾਏ ਦੇ ਮਕਾਨ ਵਿੱਚ ਬੈਠਦਾ ਤੇ ਉਹਦੇ ਨਾਲ ਲਿਖਤ ਕੀਤੀ ਜਾਂਦੀ, ਤੂੰ ਇੰਨੇ ਸਾਲ ਇੱਥੇ ਰਹਿ ਸਕਣਾ।
पर जे वो मुकर गया, झूठ में चला गया, उन्हें कब्जा कर लिया तो कह दिता मैं इत्थे रहनी, मैं निकलना नहीं, फिर की हालात बनती है? फिर उसका जिहड़ा मालक है वो धक्के नाल उहनूं खिच के बाहर कढ़दा। मौत की है? मौत उन्हां दी नहीं आउंदी जिहड़े जीवन नूं अमानत समझदे ने, वो तो पहले ही छड्डण नूं तैयार ने। मौत दे अर्थ ने साडे वर्गियां ने जिन्ना कब्जा करके बैठा भी असीं ते छड्डना ही नहीं जो कुछ मिल गया। फिर साध संगत तो आउंदे ने, सारा महकमा इकट्ठा हो के ते फड़ के खिच के सब कुछ बाहर सिੱਟ दिंदे ने। जिन्हों साहब कहते उन्हीं तकड़े पाए हाथ, वो बड़े जबरदस्त ने। हाँ, जिन्हों ने पहली अमानत समझ के कह दिता मेरा मुझ में किछ नहीं, जो किछ है सो तेरा, तेरा तुझको सौंपते क्या लागै मेरा। ये जिन्हों ने पहला दे दिता, फिर मौत का उत्थे काम ही कोई नहीं रह जाता, वो आवे क्यों, पहले ही वापस कर दिता सब कुछ। ਤਾਂ ਇੱਥੇ ਕਹਿੰਦੇ ਨੇ ਆਪਣੀ ਅਮਾਨ ਕਛ ਬਾਹਰ ਸਾਉ ਲੈ, ਅਗਿਆਨੀ ਮਨ ਰੋਸ ਕਰੇ। ਇਹ ਮੂਰਖ ਮਨ ਕੀ ਕਰਦਾ? ਗੁੱਸਾ ਕਰਦਾ, ਰੋਸ ਕਰਦਾ ਪਰਮਾਤਮਾ ਦੇ ਨਾਲ। ਪਰ ਇਸ ਤਰ੍ਹਾਂ ਕਰਕੇ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰੇ ਉਸਕਾ ਵਿਸ਼ਵਾਸ ਨਾ ਹੋਵੈ। ਲੈਣ ਦੇਣ ਦੇ ਮਾਮਲੇ ਵਿੱਚ ਜਿਹਨੂੰ ਕਹਿੰਦੇ ਨੇ ਵਿਹਾਰ, ਉਹਦੇ ਵਿੱਚ ਜੇ ਕੋਈ ਆਦਮੀ ਆਪਣੇ ਦੋਸਤ ਨਾਲ ਲੈਣ ਦੇਣ ਦੇ ਵਿੱਚ ਧੋਖਾ ਧੜੀ ਕਰਨ ਲੱਗ ਪਵੇ ਤੇ ਉਹ ਆਪਣਾ ਵਿਸ਼ਵਾਸ ਗਵਾ ਬੈਂਦਾ। ਉਹਨੂੰ ਸਭ ਕੁਝ ਮਿਲੀ ਜਾਂਦਾ ਸੀ, ਪਰ ਉਹਨੇ ਹੇਰਾ ਫੇਰੀ ਕਰਨੀ ਸ਼ੁਰੂ ਕਰ ਦਿੱਤੀ। ਹੇਰਾ ਫੇਰੀ ਕਰਨ ਕਰਕੇ ਸਾਧ ਸੰਗਤ ਉਹਦਾ ਵਿਸ਼ਵਾਸ ਟੁੱਟ ਗਿਆ ਤੇ ਲੈਣ ਦੇਣ ਵਿੱਚ ਫਰਕ ਪੈ ਗਿਆ। ਇਸ ਲਈ ਸਤਿਗੁਰੂ ਕਹਿ ਰਹੇ ਨੇ ਆਪਣੀ ਪ੍ਰਤੀਤ, ਪ੍ਰਤੀਤ ਦੇ ਇੱਥੇ ਅਰਥ ਹੋਣਗੇ ਵਿਸ਼ਵਾਸ, ਭਰੋਸਾ, ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਪਰਤ ਕੇ ਅਕਾਲ ਪੁਰਖ ਉਹਦਾ ਵਿਸ਼ਵਾਸ ਨਹੀਂ ਕਰਦਾ। ਕੀ ਕਰਨਾ ਚਾਹੀਦਾ? ਹਜ਼ੂਰ ਕਹਿੰਦੇ ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮੰਨੈ ਮਾਥੈ। ਇਹ ਹਿੰਮਤ ਕਿਸੇ ਬੰਦੇ ਵਿੱਚ ਆ ਜਾਏ ਕਿ ਇਹ ਸਭ ਕੁਝ ਜਿਸ ਦਾ ਹੈ ਉਹਦੇ ਅੱਗੇ ਰੱਖ ਦੇਵੇ, ਉਹਦੇ ਅੱਗੇ ਸਮਰਪਣ ਕਰ ਦੇਵੇ ਜਿਸ ਨੇ ਦਿੱਤਾ ਅਕਾਲ ਪੁਰਖ, ਔਰ ਉਹਦੀ ਆਗਿਆ ਨੂੰ, ਉਹਦੇ ਹੁਕਮ ਨੂੰ ਸਿਰ ਮੱਥੇ ਤੇ ਮੰਨ ਲਵੇ। ਫਿਰ ਉਹਦੀ ਜ਼ਿੰਦਗੀ ਵਿੱਚ ਕੀ ਹੁੰਦਾ? ਹਜ਼ੂਰ ਕਹਿੰਦੇ ਉਸ ਤੇ ਚੌਗੁਣ ਕਰੈ ਨਿਹਾਲ। ਰੱਬ ਦਾ ਇੱਕ ਸੁਭਾਅ ਹੈ, ਜਿਹੜਾ ਉਹਨੂੰ ਇੱਕ ਦੇਵੇ ਉਹਨੂੰ 4 ਵਾਪਸ ਕਰਦਾ ਹੈ, ਜਿਹੜਾ 4 ਦੇਵੇ ਉਹਨੂੰ 40 ਵਾਪਸ ਕਰਦਾ ਹੈ। ਉਹਦਾ ਇੱਕ ਸੁਭਾਅ ਇਸ ਤਰ੍ਹਾਂ, ਦੇਣ ਨਾਲ ਉਹ ਬੜਾ ਸੰਬੰਧਿਤ। ਤਾਂ ਕਹਿੰਦੇ ਨੇ ਜੇ ਕੋਈ ਮਨੁੱਖ ਉਹਦੇ ਅੱਗੇ ਆਪਣਾ ਜੀਵਨ ਸਮਰਪਿਤ ਕਰਦਾ ਹੈ ਤਾਂ ਗੁਰੂ ਉਸ ਨੂੰ 4 ਗੁਣਾ ਨਿਹਾਲ ਕਰ ਦਿੰਦਾ। ਪਰ ਜੇ ਉਹ ਲੈ ਕੇ ਮੁੱਕਰ ਜਾਏ, ਉਹਦਾ ਵਿਸ਼ਵਾਸ, ਉਹਦਾ ਲੈਣ ਦੇਣ ਧੋਖਾ ਧੜੀ ਵਾਲਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਨਾਨਕ ਸਾਹਿਬ ਸਦਾ ਦਿਆਲ, ਦੇਣ ਵਾਲਾ ਸਾਹਿਬ ਤਾਂ ਸਦਾ ਹੀ ਦਿਆਲ ਹੈ। ਫਿਰ ਇਸ ਸਾਰੀ ਅਸ਼ਟਪਦੀ ਵਿੱਚ ਇਸ ਤਰ੍ਹਾਂ ਦੇ ਮਨੁੱਖ ਦਾ ਜ਼ਿਕਰ ਕੀਤਾ ਗਿਆ ਜਿਹਨੂੰ ਸਾਹਿਬ ਕਹਿੰਦੇ ਅਨੇਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬੜੇ ਸਿੱਧੇ ਸ਼ਬਦ ਲੱਗਦੇ ਨੇ ਪਰ ਅਰਥ ਭਰਪੂਰ ਨੇ। ਕਈ ਸੱਜਣ ਕਹਿੰਦੇ ਨੇ ਸੁਖਮਣੀ ਸਾਹਿਬ ਦੀ ਬਾਣੀ ਬੜੀ ਸਰਲ ਹੈ। ਖਿਆਲ ਕਰਨਾ, ਇਸ ਬਾਣੀ ਦੇ ਵਿੱਚ ਵੀ ਅਰਬੀ ਫਾਰਸੀ ਹੈ, ਇਹਦੇ ਵਿੱਚ ਵੀ ਬਹੁਤ ਗੂੜੇ ਭੇਦ ਨੇ। ਆਪਾਂ ਪਿੱਛੇ ਅਮਾਨ ਸ਼ਬਦ ਵਰਤਿਆ ਨਾ, ਪਿੱਛੇ ਆਇਆ ਆਪਣੀ ਅਮਾਨ ਕਛ ਬਾਹਰ ਸਹੁ ਲੈ। ਅਮਾਨਤ ਸ਼ਬਦ ਜਿਹੜਾ ਪੰਜਾਬੀ ਦਾ ਥੋੜ੍ਹੀ, ਇਹ ਸਮਝਣ ਵਾਲੇ ਸ਼ਬਦ ਨੇ। ਅਸੀਂ ਕਈ ਵਾਰੀ ਆਪਣੇ ਗਿਆਨ ਜੋੜ ਲੈਂਦੇ ਹਾਂ ਵੀ ਇਹ ਬਾਣੀ ਤੇ ਬੜੀ ਸਰਲ ਹੈ ਜੀ। ਸਰਲ ਬਾਣੀ ਸਾਰੀ ਹੈ, ਜੇ ਅਸੀਂ ਸਮਝੀ ਨਾ ਤੇ ਇੱਕ ਅੱਖਰ ਵੀ ਸਰਲ ਨਹੀਂ ਹੋਵੇਗਾ ਸਾਡੇ ਵਾਸਤੇ। ਇੱਥੇ ਕਹਿ ਰਹੇ ਨੇ ਅਨੇਕ ਭਾਂਤ, ਅਨੇਕ ਭਾਂਤ, ਅਨੇਕ ਸ਼ਬਦ ਦਾ ਅਰਥ ਹੈ ਅਨੇਕ, ਭਾਂਤ ਦਾ ਅਰਥ ਹੈ ਤਰ੍ਹਾਂ। ਮਾਇਆ ਕੇ ਹੇਤ, ਇਹ ਮਨੁੱਖ ਮਾਇਆ ਦੇ ਹਿੱਤ ਵਿੱਚ, ਮਾਇਆ ਦੇ ਮੋਹ ਵਿੱਚ ਕਈ ਪ੍ਰਕਾਰ ਨਾਲ ਫਸ ਕੇ
किस दशा विच चला जाता है? सर पर होवत। सर पर दा अर्थ है बिल्कुल सामने, बिल्कुल सामने सर पर होवत। ਇਹਦੇ ਸਾਹਮਣੇ ਸਭ ਕੁਝ ਇਹ ਵੇਖਦਾ ਹੈ ਵੀ ਇਹ ਸੰਸਾਰ ਜਿਹੜਾ ਹੈ ਸਦੀਵ ਕਾਲ ਵਾਸਤੇ ਨਹੀਂ, ਇਹਦੇ ਸਾਹਮਣੇ ਕਈ ਚਲੇ ਗਏ। ਜਾਨ ਅਨੇਤ, ਪਰ ਇਹ ਸੋਚਦਾ ਹੈ ਅਨੇਤ ਦਾ ਅਰਥ ਹੈ ਵੀ ਇਹ ਤਾਂ ਇਸੇ ਤਰ੍ਹਾਂ ਹੀ ਰਹਿਣਾ ਹੈ, ਪੱਕਾ ਇੱਥੇ ਰਹੇਗਾ। ਬਿਰਖ ਕੀ ਛਾਇਆ ਸਿਉ ਰੰਗ ਲਾਵੈ। ਇਹ ਸੰਸਾਰ ਕਿਵੇਂ ਦਾ ਹੈ? ਜਿਵੇਂ ਰੁੱਖ ਦੀ ਛਾਂ ਹੈ। ਸਵੇਰੇ ਸੂਰਜ ਇੱਧਰੋਂ ਚੜ੍ਹਿਆ ਤੇ ਛਾਂ ਲਹਿੰਦੇ ਵੱਲ ਸੀ। ਜਿਉਂ-ਜਿਉਂ ਸੂਰਜ ਨੇ ਸਫ਼ਰ ਕੀਤਾ ਤਿਉਂ-ਤਿਉਂ ਛਾਂ ਬਦਲਦੀ ਗਈ। ਸੂਰਜ ਦੂਸਰੇ ਪਾਸੇ ਗਿਆ, ਲਹਿੰਦੇ ਵੱਲ ਗਿਆ ਤੇ ਛਾਂ ਚੜ੍ਹਦੇ ਵੱਲ ਚਲੀ ਗਈ। ਪਦਾਰਥ ਦੇ ਅਰਥ ਨੇ ਰੁੱਖ ਦੀ ਛਾਂ। ਰੁੱਖ ਦੀ ਛਾਂ ਹੈ ਪਦਾਰਥ, ਤੇ ਛਾਂ ਤਬਦੀਲ ਹੁੰਦੀ ਰਹਿੰਦੀ ਹੈ, ਬਦਲਦੀ ਰਹਿੰਦੀ ਹੈ। ਪਰ ਇਹ ਮਨੁੱਖ ਜੇ ਕੋਈ ਰੁੱਖ ਦੀ ਛਾਂ ਨਾਲ ਪ੍ਰੀਤ ਪਾ ਲਵੇ ਤਾਂ ਉਹ ਪਛਤਾਉਂਦਾ ਹੈ, ਕਿਉਂਕਿ ਉਹ ਥਾਂ ਬਦਲ ਜਾਂਦੀ ਹੈ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ, ਉਹ ਥਾਂ ਬਦਲ ਗਈ, ਉਹ ਮਨ ਪਛਤਾਵੈ। ਉਹ ਮਨੁੱਖ ਫਿਰ ਪਛਤਾਉਂਦਾ ਹੈ। ਆ ਛਾਂ ਹੀ ਹੈ ਨਾ ਸਾਧ ਸੰਗਤ, ਜਵਾਨੀ ਛਾਂ ਹੈ। ਬੰਦਾ ਇਹਦੀ ਛਾਂ ਵਿੱਚ ਬੈਠਾ, ਇਹਨੂੰ ਇਹ ਨਹੀਂ ਪਤਾ ਵੀ ਇਹ ਤੇ ਲੰਘਦੀ ਜਾਂਦੀ ਅੱਗੇ, ਪਾਸਾ ਬਦਲ ਜਾਏਗੀ। ਨਿਕਲ ਗਈ, ਧੁੱਪ ਆ ਗਈ, ਬੁਢੇਪਾ ਆ ਗਿਆ, ਭਵਰ ਗਏ ਵਗ ਬੈਠੇ ਆਏ। ਇਹ ਛਾਂ ਵਰਗਾ ਹੈ, ਇੱਥੇ ਸਾਰਾ ਕੁਝ ਹੀ ਛਾਂ ਹੈ। ਤਾਂ ਸਤਿਗੁਰੂ ਕਹਿ ਰਹੇ ਨੇ ਉਹ ਬਿਨਸੈ, ਕੋਈ ਐਸੀ ਛਾਂ ਲੱਭ ਜਿਹੜੀ ਥਾਂ ਨਾ ਬਦਲੇ, ਜੋ ਸਥਿਰ ਕਾਇਮ ਸਦਾ ਹੀ। ਹਜ਼ੂਰ ਕਹਿੰਦੇ ਜੋ ਦੀਸੈ ਸੋ ਚਾਲਨ ਹਾਰ, ਲਪਟ ਰਹਿਓ ਤਹ ਅੰਧ ਅੰਧਾਰ। ਜੋ ਵੀ ਦਿਸ ਰਿਹਾ ਹੈ ਸਾਨੂੰ, ਉਹ ਇੱਥੋਂ ਚਲੇ ਜਾਣ ਵਾਲਾ ਹੈ, ਨਸ਼ਟ ਹੋ ਜਾਣ ਵਾਲਾ ਹੈ, ਹੱਥਾਂ ਵਿੱਚੋਂ ਨਿਕਲ ਜਾਣ ਵਾਲਾ ਹੈ। ਪਰ ਮਨੁੱਖੀ ਮਨ ਦਾ ਸੁਭਾਅ ਕੀ ਇਹ ਕਹਿੰਦੇ ਲਪਟ ਰਹਿਓ, ਉਹਦੇ ਨਾਲ ਵਲੇਟਿਆ ਹੋਇਆ ਹੈ, ਫਸਿਆ ਹੋਇਆ। ਲਪਟ ਰਹਿਓ, ਜਿਵੇਂ ਰੱਸੀ ਵਲੀ ਜਾਂਦੀ ਕਿਸੇ ਚੀਜ਼ ਦੇ ਨਾਲ ਤੇ ਉਹ ਨਾਲ ਧੋਈ ਜਾਂਦੀ ਹੈ। ਅੰਧ ਅੰਧਾਰ, ਇਸ ਅਗਿਆਨ ਦੇ ਹਨੇਰੇ ਵਿੱਚ ਫਸ ਕੇ ਇਹ ਮਨੁੱਖ ਇਸ ਸੰਸਾਰ ਦੇ ਪਦਾਰਥਾਂ ਨਾਲ ਲਪਟਿਆ ਰਹਿੰਦਾ ਹੈ। ਹਜ਼ੂਰ ਨੇ ਇੱਕ ਹੋਰ ਉਦਾਹਰਨ ਦਿੱਤੀ। ਸਭ ਕਹਿੰਦੇ ਬਟਾਊ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕਹਿ। ਬਟਾਊ ਦੇ ਅਰਥ ਨੇ ਪ੍ਰਾਹੁਣਾ। ਜੇ ਪ੍ਰਾਹੁਣਾ ਆਵੇ ਤੇ ਮਨੁੱਖ ਉਹਦੇ ਨਾਲ ਪ੍ਰੀਤ ਪਾ ਬਵੇ। ਉਹਨੇ ਤਾਂ ਆਖਰ 1 ਦਿਨ 2 ਦਿਨ 3 ਦਿਨ ਇੱਥੋਂ ਚਲੇ ਜਾਣਾ ਹੈ। ਕਹਿੰਦੇ ਨੇ ਜਿਹੜਾ ਮਨੁੱਖ ਬਟਾਊ ਪ੍ਰਾਹੁਣਿਆਂ ਨਾਲ ਪ੍ਰੀਤ ਪਾਉਂਦਾ ਉਹ ਪਛਤਾਉਂਦਾ ਹੈ। ਬਟਾਊ ਸਿਉ ਜੋ ਲਾਵੈ ਨੇ ਤਾਂ ਕੋ ਹਾਥ ਨਾ ਆਵੈ ਕਿ। ਇਸੇ ਤਰ੍ਹਾਂ ਇਹ ਜੋ ਕੁਝ ਦਿਸਣ ਵਾਲਾ ਹੈ ਇਹ ਪ੍ਰਾਹੁਣਾਚਾਰੀ ਹੈ, ਇਹ ਸਰਾਂ ਦੀ ਤਰ੍ਹਾਂ ਹੈ, ਇੱਥੋਂ ਨਿਕਲ ਜਾਣ ਵਾਲਾ ਹੈ, ਹੱਥਾਂ ਵਿੱਚੋਂ ਚਲੇ ਜਾਣ ਵਾਲਾ ਹੈ। ਔਰ ਜਿਹੜਾ ਮਨੁੱਖ ਇਹਦੇ ਨਾਲ ਡੂੰਘੀ ਪ੍ਰੀਤ ਪਾ ਬਹਿੰਦਾ ਉਹਦੇ ਹੱਥਾਂ ਵਿੱਚ ਕੁਝ ਨਹੀਂ ਆਉਂਦਾ, ਭਾਵ ਉਹ ਖਾਲੀ ਹੱਥ ਰਹਿ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਫਿਰ ਬੇਨਤੀ ਕੀਤੀ ਗਈ ਕਿ ਮਹਾਰਾਜ ਇੱਥੇ ਸਭ ਕੁਝ ਨਾਸ਼ਮਾਨ ਹੀ ਹੈ, ਰੁੱਖ ਦੀ ਛਾਂ ਵਰਗਾ ਹੀ ਹੈ, ਇਹ ਪ੍ਰਾਹੁਣਿਆਂ ਵਰਗਾ ਹੀ ਹੈ। ਕਹਿੰਦੇ ਨਹੀਂ। ਅਖੀਰ ਤੇ ਫਿਰ ਬਚਨ ਕੀਤੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਇੱਕੋ ਇੱਕ ਐਸੀ ਚੀਜ਼ ਜਿਹੜੀ ਨਾ ਘਟਦੀ, ਨਾ ਜਿਸ ਦਾ ਖਾਤਮਾ ਹੁੰਦਾ ਔਰ ਨਾ ਜਿਸ ਦੇ ਖਤਮ ਹੋਣ ਦਾ ਕਿਤੇ ਉਦਾਹਰਣ ਮਿਲਦਾ, ਉਹ ਕੀ ਹੈ? ਮਨ ਹਰ ਕੇ ਨਾਮ ਕੀ ਪ੍ਰੀਤ। ਉਹਦੇ ਨਾਲ ਪ੍ਰੀਤ ਪਾਉਣੀ, ਪ੍ਰੇਮ ਕਰਨਾ ਸੁਖਦਾਈ, ਉਹ ਬਹੁਤ ਹੀ ਸੁਖਦਾਈ ਹੈ। ਪਰ ਇਹ ਪ੍ਰੀਤ ਕਿਵੇਂ ਲੱਗਦੀ? ਸਭ ਕਹਿੰਦੇ ਕਰ ਕਿਰਪਾ ਨਾਨਕ ਆਪ ਲੈ ਲਾਈ। ਇਹ ਉਹਦੇ ਹੱਥ ਵਿੱਚ ਹੈ ਜਿਹਦੇ ਉੱਤੇ ਡੋਰੀ ਸਿੱਟਦਾ, ਕੁੰਡੀ ਸਿੱਟ ਦਿੰਦਾ, ਉਹ ਇਸ ਪ੍ਰੀਤ ਵਿੱਚ ਫਸ ਜਾਂਦਾ ਹੈ, ਉਹ ਇਹਦੇ ਵਿੱਚ ਆ ਜਾਂਦਾ, ਪ੍ਰੀਤਵਾਨ ਹੋ ਜਾਂਦਾ। ਪ੍ਰੀਤ ਤੇ ਰੀਤ ਦੋ ਚੀਜ਼ਾਂ ਨੇ ਸਾਧ ਸੰਗਤ। ਰੀਤ ਬੰਦੇ ਦਾ ਕੰਮ ਹੈ ਤੇ ਪ੍ਰੀਤ ਅੰਦਰ ਪੱਕੀ ਕਰਨੀ ਗੁਰੂ ਦਾ ਕੰਮ ਹੈ। ਜਿਨ੍ਹਾਂ ਨੇ ਰੀਤ ਨਿਭਾਈ
ਜਿਨ੍ਹਾਂ ਦੀਆਂ ਰੀਤਾਂ ਗੁਰੂ ਦੇ ਅਨੁਸਾਰ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ, ਤੇਰੀ ਰੀਤ ਦਾ ਮਤਲਬ ਹੁੰਦਾ ਸਰੀਰ ਦੇ ਕਰਮ। ਰੀਤ ਸਿੱਖ ਨੇ ਕਰਨੀ ਹੈ, ਰੀਤਾਂ ਸਿੱਖ ਦੀਆਂ ਠੀਕ ਹੋਣੀਆਂ ਚਾਹੀਦੀਆਂ ਨੇ। ਸਿੱਖ ਦਾ ਬੋਲਣਾ ਚੱਲਣਾ ਇਹ ਉਹਦੀ ਰੀਤ ਹੈ, ਵੇਖਣਾ ਉਹਦੀ ਰੀਤ ਹੈ, ਕੰਮ ਕਰਨਾ, ਸੱਚ ਬੋਲਣਾ, ਨਿਮਰਤਾ ਵਿੱਚ ਰਹਿਣਾ, ਸੇਵਾ ਕਰਨੀ, ਅੰਮ੍ਰਿਤ ਵੇਲੇ ਜਾਗਣਾ, ਇਹ ਰੀਤ ਹੈ। ਇਹ ਰੀਤਾਂ ਸਿੱਖ ਨੇ ਪਾਲਣੀਆਂ ਨੇ, ਤੇ ਜਿਹਨੇ ਰੀਤ ਨਿਭਾਈ ਉਹਦੇ ਅੰਦਰ ਫਿਰ ਪ੍ਰੀਤ ਦਾ ਜਨਮ ਹੋਇਆ, ਉਹ ਪ੍ਰੀਤਵਾਨ ਹੋਣਾ ਸ਼ੁਰੂ ਹੋ ਗਿਆ। ਪਰ ਜਿੱਥੇ ਰੀਤ ਨਹੀਂ ਉੱਥੇ ਪ੍ਰੀਤ ਨਹੀਂ ਪੈਦਾ ਹੁੰਦੀ। ਇਸ ਕਰਕੇ ਰੀਤ ਜਿਹੜੀ ਹੈ ਉਹ ਬੀਜ ਹੈ, ਪ੍ਰੀਤ ਉਹਦਾ ਰੁੱਖ ਹੈ। ਬੀਜ ਹੋਵੇਗਾ ਤੇ ਰੁੱਖ ਨੇ ਉੱਗਣਾ। ਤਾਂ ਪਹਿਲਾਂ ਸਤਿਗੁਰਾਂ ਨੇ ਸਾਨੂੰ ਰੀਤਾਂ ਬਖਸ਼ੀਆਂ ਜੀਵਨ ਦੀਆਂ, ਜਿਉਣਾ ਸਿਖਾਇਆ ਬਾਹਰੀ ਤੌਰ ਤੇ। ਫਿਰ ਇਹਦੇ ਵਿੱਚੋਂ ਹੀ ਇੱਕ ਪ੍ਰੀਤ ਦਾ ਬੂਟਾ ਨਿਕਲਿਆ। ਉਸ ਨੂੰ ਕਹਿੰਦੇ ਨੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਜਿਹਦੇ ਤੇ ਆਪ ਕਿਰਪਾ ਕਰਦਾ ਹੈ ਉਸ ਨੂੰ ਪ੍ਰੀਤ ਦੀ ਦਾਤ ਬਖਸ਼ਿਸ਼ ਕਰਦਾ ਹੈ। ਹਜ਼ੂਰ ਅੱਗੇ ਬਚਨ ਕਰਦੇ ਹੋਏ ਕਹਿੰਦੇ ਮਿਥਿਆ ਤਨ ਧਨ ਕੁਟੰਬ ਸਬਾਇਆ। ਇਹ ਮਿਥਿਆ ਸ਼ਬਦ ਕਈ ਵਾਰੀ ਗੁਰਬਾਣੀ ਵਿੱਚ ਆਏਗਾ ਔਰ ਇਹਦੇ ਅਰਥ ਸਮਝਣ ਨਾਲ, ਇੱਕੋ ਸ਼ਬਦ ਦੇ ਅਰਥ ਸਮਝਣ ਨਾਲ ਸਾਨੂੰ ਕਈ ਸ਼ਬਦ ਸਮਝ ਵਿੱਚ ਆ ਸਕਦੇ। ਮਿਥਿਆ ਦੇ ਆਮ ਤੌਰ ਤੇ ਸਿੱਧੇ ਅਰਥ ਨੇ ਝੂਠ, ਮਿਥ। ਇਹ ਸ਼ਬਦ ਮਿਥਿਆ ਜਿਹੜਾ ਕਈ ਵਾਰੀ ਇਹਨੂੰ ਅਸੀਂ ਇਹ ਵੀ ਕਹਿ ਦਿੰਦੇ ਮਿਥ ਹਾਸ, ਪਰ ਮਿਥਿਆ ਦੇ ਅਰਥ ਨੇ ਜਿਹੜੀ ਚੀਜ਼ ਹੋਵੇ ਨਾ ਤੇ ਉਹਨੂੰ ਪਰਪੱਕ ਕਰ ਲਿਆ ਜਾਵੇ, ਭਰਮ ਵਿੱਚ ਪੈ ਕੇ ਮੰਨ ਲਿਆ ਜਾਵੇ ਕਿ ਇਹ ਹੈ। ਜਿਵੇਂ ਕਿ ਮੰਜੇ ਤੇ ਬੈਠ ਕੇ ਮੰਨ ਲਿਆ ਜਾਵੇ ਕਿ ਮੰਜੇ ਦੇ ਥੱਲੇ ਸੱਪ ਹੈ, ਰੱਸੀ ਵੀ ਕੋਈ ਨਹੀਂ ਉੱਥੇ, ਕੁਝ ਵੀ ਨਹੀਂ, ਨਾ ਰੱਸੀ ਨਾ ਸੱਪ। ਅੰਦਰ ਅੰਦਰ ਖਿਆਲ ਪੱਕੇ ਕਰ ਲਏ ਕਿ ਮੰਜੇ ਦੇ ਥੱਲੇ ਸੱਪ ਹੈ। ਜੇ ਉਹਨੂੰ ਬੰਦਾ ਦੁਹਰਾਉਂਦਾ ਗਿਆ ਤੇ ਉੱਥੇ ਕੀ ਫਿਰ ਵਰਤਣ ਲੱਗ ਪੈਂਦਾ? ਸੱਪ ਉੱਥੇ ਕੋਈ ਨਹੀਂ ਹੁੰਦਾ, ਪਰ ਉਸ ਮੰਜੇ ਤੇ ਬੈਠੇ ਹੋਏ ਸੱਜਣ ਦੇ ਧਿਆਨ ਕਰਕੇ ਉਹਦੀ ਕਲਪਨਾ ਇੰਨੀ ਜ਼ਬਰਦਸਤ ਹੋ ਜਾਂਦੀ ਹੈ ਕਿ ਉਹ ਆਪਣੀ ਕਲਪਨਾ ਦੁਆਰਾ ਇੱਕ ਸੱਪ ਨੂੰ ਰਚ ਲੈਂਦਾ ਹੈ, ਬਣਾ ਲੈਂਦਾ, ਬਿਲਕੁਲ ਲੱਗਦਾ ਵੀ ਸੱਪ ਹੈ। ਦੂਸਰਾ ਆਦਮੀ ਕੋਲ ਖੜਾ ਹੈ, ਉਹ ਕਹੇਗਾ ਇੱਥੇ ਕੋਈ ਸੱਪ ਨਹੀਂ, ਉਹ ਕਹੇਗਾ ਵੇਖ ਸਾਹਮਣੇ ਮੇਰੇ ਪਾਵੇ ਤੇ ਚੜਿਆ ਹੁੰਦਾ, ਉਹਨੂੰ ਚਿੰਬੜ ਵੀ ਜਾਂਦਾ, ਉੱਚੀ ਉੱਚੀ ਉੱਠ ਕੇ ਡਿੱਗਦਾ। ਇਹ ਧਿਆਨ ਦੀ ਪ੍ਰਕਿਰਿਆ। ਜਿਸ ਚੀਜ਼ ਨੂੰ ਬਹੁਤਾ ਧਿਆਨ ਵਿੱਚ ਦੁਹਰਾਇਆ ਜਾਏ ਉਹ ਰੂਪਮਾਨ ਹੋ ਜਾਂਦੀ ਹੈ, ਰੂਪ ਧਾਰਨ ਕਰ ਜਾਂਦੀ। ਇਸ ਕਰਕੇ ਮਿੱਥ ਕੀ ਹੈ, ਮਿਥਿਆ ਹੋਇਆ ਕੀ ਹੈ? ਜਿਹੜੇ ਖਿਆਲ ਸਾਨੂੰ ਬਾਹਰੋਂ ਸੰਸਾਰ ਵਿੱਚ ਦਿੱਤੇ ਜਾਂਦੇ ਨੇ, ਅਸੀਂ ਖਿਆਲਾਂ ਦੁਆਰਾ ਉਹਨਾਂ ਨੂੰ ਰੂਪਮਾਨ ਕਰ ਲੈਂਦੇ ਹਾਂ। ਇਸ ਕਰਕੇ ਗੁਰੂ ਸਾਹਿਬ ਨੇ ਸਿੱਖ ਨੂੰ ਇੱਕ ਬੜਾ ਸੁਚੇਤ ਕੀਤਾ ਵੀ ਖਿਆਲ ਉਹ ਹੀ ਸੁਣਿਆ ਕਰ ਜਿਹੜੇ ਸ਼ੁੱਧ ਨੇ ਬਿਲਕੁਲ, ਕਿਤੇ ਗਲਤ ਕਲਪਨਾ ਨਾ ਹੋ ਜਾ ਤੇਰੀ ਜ਼ਿੰਦਗੀ ਵਿੱਚ, ਕਿਤੇ ਤੂੰ ਆਪ ਹੀ ਨਾ ਕਿਲੇ ਬਣਾ ਦੇਵੇਂ ਅੰਦਰ ਮਨ ਦੇ, ਕਿਤੇ ਰਾਹ ਵਿੱਚ ਹੀ ਨਾ ਭਟਕ ਜਾਏ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹਨੂੰ ਭਰਮ ਕਿਹਾ ਬਾਣੀ ਦੇ ਵਿੱਚ, ਜਿਸ ਨੂੰ ਰਵਿਦਾਸ ਜੀ ਕਹਿੰਦੇ ਮਾਧਵੇ ਕਿਆ ਕਹੀਐ ਭਰਮ ਐਸਾ। ਭਰਮ ਕਿਹਨੂੰ ਕਹੀਦਾ? ਉਹ ਕਿਹੜੀ ਚੀਜ਼ ਹੈ? ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੜੀ ਚੀਜ਼ ਨੂੰ ਆਪਾਂ ਮੰਨ ਲੈਂਦੇ ਹਾਂ, ਧਿਆਨ ਇੰਨੀ ਜ਼ਬਰਦਸਤ ਚੀਜ਼ ਹੈ ਕਿ ਉਹ ਉਹਨੂੰ ਰੂਪਮਾਨ ਕਰ ਲੈਂਦਾ, ਉਸ ਨੂੰ ਲੱਗਣ ਲੱਗ ਪੈਂਦਾ ਉਸ ਤਰ੍ਹਾਂ। ਇਹਨੂੰ ਕਹਿੰਦੇ ਨੇ ਮਿਥਿਆ। ਸੁਖਮਣੀ ਸਾਹਿਬ ਦੇ ਸ਼ਬਦ ਦੇ ਮਿਥਿਆ ਕਹਿਣ ਲੱਗੇ ਤਨ ਧਨ ਕੁਟੰਬ ਸਬਾਇਆ। ਐ ਮਨੁੱਖ, ਆ ਜਿਹੜਾ ਤੇਰਾ ਪਰਿਵਾਰ ਹੈ, ਆ ਜਿਹੜਾ ਤੇਰਾ ਸਰੀਰ ਤੇ ਆ ਜੋ ਕੁਝ ਧਨ ਹੈ, ਇਹ ਤੂੰ ਸਿਰਫ ਇੱਕ ਮਿੱਥ ਲਿਆ ਹੈ, ਇਹ ਅਸਲ ਵਿੱਚ ਹੈ ਨਹੀਂ, ਸਚਾਈ ਹੈ। ਇਹ ਹੁਣ ਵਿਗਿਆਨ ਵੀ ਖੋਜ ਕਰਨ ਦੇ ਨੇੜੇ ਚਲਾ ਗਿਆ ਕਿ ਸਰੀਰ ਜਿਹੜੇ ਨੇ ਕੇਵਲ ਇਹ ਸਥੂਲ ਨਹੀਂ, ਇਹ ਹਵਾ ਦੇ ਬਣੇ ਹੋਏ ਨੇ। ਕਿਸੇ ਸਥਿਤੀ ਵਿੱਚ ਜਾ ਕੇ ਉਹ ਇਸ ਤਰ੍ਹਾਂ ਵੇਖ ਲੈਂਦੇ ਨੇ। ਇਹ ਕੰਧ ਜਿਹੜੀ ਇਸ ਤਰ੍ਹਾਂ ਦੀ ਪੱਥਰ ਦੀ ਨਹੀਂ ਬਣੀ, ਇਹ ਵੀ ਕਿਸੇ ਹੋਰ ਚੀਜ਼ ਦੀ ਬਣੀ ਹੋਈ, ਇਹ ਇੱਕ ਦਸ਼ਾ ਹੈ। ਤਾਂ ਇਹਨੂੰ ਕਹਿੰਦੇ ਨੇ ਮਿਥਿਆ। ਮਿਥਿਆ ਦੇ ਅਰਥ ਨੇ ਝੂਠ। ਜੋ ਹੋਵੇ ਨਾ
ਉਹਨੂੰ ਵਾਰ-ਵਾਰ ਮੰਨਣਾ ਤੇ ਉਸ ਤਰ੍ਹਾਂ ਹੋਣ ਲੱਗ ਪੈਣਾ। ਇਸ ਲਈ ਸਾਹਿਬ ਕਹਿੰਦੇ ਮਿਥਿਆ ਤਨ, ਇਸ ਤਨ ਨੂੰ ਮਿਥਿਆ ਸਮਝ ਤੂੰ ਕਲਪਿਤ ਕੀਤਾ ਹੈ ਕਿ ਸਦਾ ਰਹੇਗਾ। ਧਨ ਕੁਟੰਬ ਸਬਾਇਆ, ਫਿਰ ਕਹਿੰਦੇ ਮਿਥਿਆ ਹਉਮੈ ਮਮਤਾ ਮਾਇਆ। ਇੱਕ ਮਾਇਆ ਹੈ ਤੇ ਇੱਕ ਮਮਤਾ ਹੈ, ਦੋ ਚੀਜ਼ਾਂ ਨੇ। ਜਦੋਂ ਮਾਇਆ ਵਿੱਚ ਪਿਆਰ ਡੂੰਘਾ ਪੈ ਜਾਏ, ਆਦਮੀ ਇੱਕ ਇੱਕ ਦਮ ਨਾਲ ਪਿਆਰ ਕਰਨ ਲੱਗ ਪਏ ਮਾਇਆ ਨੂੰ, ਇੰਨਾ ਪਿਆਰ ਰੱਬ ਨੂੰ ਵੀ ਨਾ ਕਰੇ ਜਿੰਨਾ ਧਿਆਨ ਉਹਦਾ ਮਾਇਆ ਵਿੱਚ ਰਹਿਣ ਲੱਗ ਪਵੇ। ਜੇ ਥੋੜੀ ਜਿਹੀ ਜੇਬ ਵਿੱਚੋਂ ਘਟੇ ਤੇ ਸਵਾਸ ਕਾਲੇ ਹੋ ਜਾਣ, ਅੰਦਰ ਹਿੱਲ ਜਾਏ ਬੰਦੇ ਦਾ, ਇਹ ਸਮਝੋ ਵੀ ਹੁਣ ਬੰਦਾ ਮਾਇਆ ਵਿੱਚ ਨਹੀਂ, ਇਹ ਮਮਤਾ ਵਿੱਚ ਫਸ ਗਿਆ। ਮਾਇਆ ਸ਼ਬਦ ਇਹ ਵੀ ਬੜਾ ਖਤਰਨਾਕ ਹੈ ਬੰਦੇ ਲਈ, ਪਰ ਮਮਤਾ ਉਹਦੇ ਤੋਂ ਵੀ ਇੱਕ ਖਤਰਨਾਕ ਚੀਜ਼ ਹੈ, ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਕਹਿੰਦੇ ਨੇ ਇਹ ਜਦੋਂ ਮਾਇਆ ਜਿਹੜੀ ਹੈ ਨਾ ਮਨੁੱਖ ਦੇ ਮਨ ਨੂੰ ਖਾਂਦੀ ਏ ਕਈ ਤਰ੍ਹਾਂ ਨਾਲ, ਪੈਸੇ ਨਾਲ, ਰੂਪ ਨਾਲ, ਵਡਿਆਈ ਨਾਲ, ਸ਼ੋਹਰਤ ਨਾਲ। ਜਦੋਂ ਖਾਂਦੀ ਏ ਤੇ ਆਵਾਜ਼ ਨਹੀਂ ਆਉਂਦੀ, ਬੰਦਾ ਖਾਧੇ ਹੀ ਜਾਂਦਾ ਹੈ। ਕੌਣ ਖਾਧੇ ਗਏ? ਮਨਮੁਖ ਖਾਧੇ, ਗੁਰਮੁਖ ਉਭਰੇ, ਜਿਨੇ ਸੱਚ ਨਾਮ ਚਿਤ ਲਾਇਆ। ਇਸ ਲਈ ਕਹਿੰਦੇ ਇਹ ਵੀ ਸਭ ਕੁਝ ਝੂਠ ਮਿਥਿਆ ਹੈ, ਜੋ ਕੁਝ ਕੁਟੰਬ ਆਦਿਕ ਔਰ ਮਾਇਆ ਹੈ। ਹਜ਼ੂਰ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਮਿਥਿਆ ਰਾਜ ਜੋਬਨ ਧਨ ਮਾਲ। ਇਹ ਕਿਉਂ ਕਹਿ ਰਹੇ ਨੇ? ਤੁਸੀਂ ਕਈ ਸ਼ਬਦ ਪੜ੍ਹੋਗੇ ਗੁਰੂ ਗ੍ਰੰਥ ਸਾਹਿਬ ਵਿੱਚ, ਜਿੱਥੇ ਗੁਰੂ ਅਰਜਨ ਦੇਵ ਜੀ ਰੱਬ ਨੂੰ ਕਹਿੰਦੇ ਨੇ ਮਾਨ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੋ ਕੇਹੋ। ਹੇ ਸੱਜਣ, ਹੇ ਪ੍ਰਮਾਤਮਾ, ਆਹ ਚੀਜ਼ਾਂ ਤੂੰ ਮੈਨੂੰ ਦੇ, ਮਾਣ ਬਖਸ਼ ਮੈਨੂੰ, ਤਾਣ ਦੇ, ਧਨ ਦੇ, ਸਾਰੀਆਂ ਚੀਜ਼ਾਂ ਮੰਗੀਆਂ ਨੇ। ਤੇ ਅੱਗੋਂ ਜੇ ਜਵਾਬ ਮਿਲਿਆ ਨਾ ਵੀ ਨਹੀਂ ਅਜੇ ਨਹੀਂ, ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਤੁਹਾਡੇ ਘਰ ਹੈਣ ਦਿੰਦੇ ਕਿਉਂ ਨਹੀਂ? ਗ੍ਰਹਿ ਤੇਰੇ ਸਭ ਕੇਹੋ, ਤੇਰੇ ਕੋਲ ਹੈ ਸਭ ਕੁਝ, ਮੈਨੂੰ ਦਿੰਦੇ ਕਿਉਂ ਨੇ? ਉੱਥੇ ਮੰਗ ਰਹੇ ਨੇ, ਇੱਥੇ ਉਹਨੂੰ ਰੱਦ ਕਰਦੇ ਨੇ ਪਏ ਵੀ ਇਹ ਚੀਜ਼ਾਂ ਝੂਠੀਆਂ ਨੇ। ਸਾਧ ਸੰਗਤ ਇਹਦਾ ਕੀ ਕਾਰਨ? ਸਿਰਫ ਸਤਿਗੁਰੂ ਸਾਡੇ ਮਨ ਨੂੰ ਉੱਚੀ ਦੁਨੀਆ ਨਾਲ, ਨਾਮ ਨਾਲ ਜੋੜਨਾ ਚਾਹੁੰਦੇ। ਇਹ ਨੀਵੀਂ ਦੁਨੀਆ ਵਿੱਚ ਫਸ ਚੁੱਕਾ ਹੈ, ਪਦਾਰਥ ਦੇ ਵਿੱਚ। ਤੇ ਇਹਦੀ ਜਦੋਂ ਜਿਹੜੀ ਚੀਜ਼ ਤੋਂ ਬੰਦੇ ਨੂੰ ਛਡਾਉਣਾ ਹੋਵੇ, ਉਹਦਾ ਭਿਆਨਕ ਰੂਪ ਦਰਸਾਉਣਾ ਪੈਂਦਾ ਹੈ ਵੀ ਇਹਦੇ ਨੁਕਸ ਕੀ ਨੇ, ਇਹਦਾ ਨੁਕਸਾਨ ਕੀ ਹੈ। ਇਸ ਕਰਕੇ ਕਹਿੰਦੇ ਮਿਥਿਆ ਰਾਜ ਜੋਬਨ, ਜੋਬਨ ਵੀ ਮਿਥਿਆ। ਕਿਉਂ ਮਿਥਿਆ ਹੈ ਜੋਬਨ? ਕਿਉਂਕਿ ਜੋਬਨ ਜਿਹੜਾ ਹੈ, ਜਵਾਨੀ ਜਿਹੜੀ, ਇੱਕ ਨਸ਼ੇ ਵਾਂਗ ਹੈ, ਖਰੀਦਣਾ ਨਹੀਂ ਪੈਂਦਾ। ਜਵਾਨੀ ਵਿੱਚ ਬੰਦੇ ਨੂੰ ਨਸ਼ਾ ਖਰੀਦਣਾ ਨਹੀਂ ਪੈਂਦਾ, ਉਹ ਦਿਨ ਰਾਤ ਇੱਕ ਨਸ਼ੇ ਵਿੱਚ ਰਹਿੰਦਾ ਹੈ। ਉਹਦੀ ਤੋਰ ਹੀ ਨਸ਼ੇ ਵਾਲੀ ਹੋ ਜਾਂਦੀ ਹੈ। ਇਸ ਉਮਰ ਵਿੱਚ ਕੋਈ ਵਿਰਲਾ ਹੈ ਜਿਹੜਾ ਜਵਾਨੀ ਦੇ ਦਿਨਾਂ ਵਿੱਚ ਨਸ਼ਾ ਰਹਿਤ ਰਹਿ ਸਕੇ, ਨਹੀਂ ਤੇ ਇਹਦਾ ਇੱਕ ਨਸ਼ਾ। ਧਨ ਜੋਬਨ ਪ੍ਰਭਤਾ ਕੈ ਮਦ ਮੈਂ ਐ ਨਿਸ ਰਹਿ ਦੀਵਾਨਾ। ਦਿਨ ਰਾਤ ਇੱਕ ਨਸ਼ੇ ਦੇ ਸਰੂਰ ਵਿੱਚ, ਹੰਕਾਰ ਵਿੱਚ ਤੁਰਦਾ ਹੈ। ਤਾਂ ਸਤਿਗੁਰੂ ਕਹਿੰਦੇ ਇਹ ਵੀ ਸਾਰਾ ਕੁਝ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਇਹ ਜੋ ਕੁਝ ਕਾਮ ਕ੍ਰੋਧ ਆਦਿਕ ਵਿਕਰਾਲ ਨੇ, ਭਾਵ ਬੜੇ ਭਿਆਨਕ ਨੇ। ਵਿਕਰਾਲ ਸ਼ਬਦ ਦੇ ਅਰਥ ਨੇ ਭਿਆਨਕ, ਬਦ ਸੂਰਤ। ਤੁਸੀਂ ਕਦੀ ਵੇਖਣਾ ਜਦੋਂ ਮਨੁੱਖ ਕ੍ਰੋਧ ਵਿੱਚ ਆਉਂਦਾ ਹੈ, ਚੰਗਾ ਭਲਾ ਚਿਹਰਾ ਉਹਦਾ ਕਿੰਨਾ ਕਰੂਪ ਹੋ ਜਾਂਦਾ ਹੈ। ਔਰ ਜੇ ਕ੍ਰੋਧ ਵਿੱਚ ਆਉਂਦਾ ਹੈ ਤੇ ਮਨੁੱਖ ਜਦੋਂ ਵਾਸ਼ਨਾਗ੍ਰਸਤ ਵੀ ਹੁੰਦਾ ਹੈ, ਉਦੋਂ ਵੀ ਉਹਦਾ ਚਿਹਰਾ ਕਰੂਪ ਹੋ ਜਾਂਦਾ ਹੈ, ਕਿਉਂਕਿ ਕੁਦਰਤ ਦੇ ਉਲਟ ਜਾ ਰਿਹਾ ਕਿਤੇ ਬਹੁਤ ਜ਼ਿਆਦਾ। ਇਸ ਕਰਕੇ ਕਰੂਪਤਾ ਇੱਕਦਮ ਉਹਦੇ ਉੱਤੇ ਛਾ ਜਾਂਦੀ ਹੈ। ਤਾਂ ਇਹ ਵਿਕਰਾਲ। ਫਿਰ ਹਜ਼ੂਰ ਕਹਿੰਦੇ ਮਿਥਿਆ ਰਥ ਹਸਤੀ ਅਸੁ ਬਸਤਰਾ। ਹਸਤੀ ਹਾਥੀ, ਰਥ ਆਦਿਕ ਅਸਵਾਰੀਆਂ, ਘੋੜੇ ਤੇ ਬੜੇ ਸੋਹਣੇ ਵਸਤਰ, ਇਹ ਵੀ ਸਾਰੇ ਮਿਥਿਆ ਤੇ ਝੂਠੇ ਹਨ।
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਜਦੋਂ ਤਰਨਤਾਰਨ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਜਾਂਦੇ ਹਾਂ, ਉੱਥੇ ਇੱਕ ਨਾਲ ਪਿੰਡ ਆਉਂਦਾ ਹੈ ਤੇ ਉੱਥੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿਹਨੂੰ ਕਹਿੰਦੇ ਨੇ ਝੂਲਣੇ ਮਹਿਲ, ਬੋਰਡ ਤੇ ਲਿਖਿਆ ਹੋਵੇਗਾ। ਹੁਣ ਇੱਥੇ ਕਹਿ ਰਹੇ ਨੇ ਹਾਥੀ, ਵਸਤਰ, ਘੋੜੇ ਸਭ ਕੁਝ ਝੂਠਾ ਹੈ। ਇੱਥੇ ਸਤਿਗੁਰੂ ਬੈਠੇ ਸਨ ਗੁਰੂ ਅਰਜਨ ਦੇਵ ਮਹਾਰਾਜ, ਤੇ ਕੋਲੋਂ ਕਿਤੇ ਫੌਜ ਲੰਘ ਰਹੀ ਸੀ, ਹਾਥੀਆਂ ਦੀ ਇੱਕ ਪਲਟਨ ਫੌਜ ਲੰਘ ਰਹੀ ਸੀ। ਤੇ ਇੱਕ ਸਿੱਖ ਨੇ ਕਹਿ ਦਿੱਤਾ, ਮਹਾਰਾਜ ਵੇਖੋ ਹਾਥੀ ਕਿਵੇਂ ਝੂਲਦੇ ਨੇ ਪਏ। ਸਰਕਾਰੀ ਹਾਥੀ ਸਨ, ਉੱਤੇ ਵਸਤਰ ਬੜੇ ਸੋਹਣੇ ਪਾਏ ਸਨ। ਸੁਭਾਵਕ ਇੱਕ ਬਚਨ ਨਿਕਲਿਆ ਗੁਰੂ ਅਰਜਨ ਦੇਵ ਜੀ ਦੇ ਮੂੰਹ ਤੋਂ, ਰਸਨਾ ਤੋਂ। ਕਹਿਣ ਲੱਗੇ ਹਾਥੀ ਤੇ ਸਾਰੇ ਸੰਸਾਰ ਦੀ ਝੂਲਦੇ ਨੇ, ਗੁਰੂ ਦੇ ਮਹਿਲ ਵੀ ਝੂਲਣਗੇ। ਮਹਿਲਦਾਰ ਤੇ ਕੰਧਾਂ, ਮਕਾਨ, ਬਚਨ ਹੈ ਗੁਰੂ ਦਾ। ਅੱਜ ਤੱਕ ਉਸ ਗੁਰਦੁਆਰਾ ਸਾਹਿਬ ਦੀ ਇੱਕ ਕੰਧ ਹੈ ਜਿਹਦੇ ਉੱਤੇ ਕੋਈ ਮਨੁੱਖ ਜਦੋਂ ਜਾ ਕੇ ਬੈਠਦਾ ਹੈ ਤੇ ਉੱਥੋਂ ਦੇ ਭਾਈ ਸਾਹਿਬ ਜਿਹੜੇ ਅਰਦਾਸ ਕਰਦੇ ਨੇ ਤੇ ਇੰਜ ਪ੍ਰਤੀਤ ਹੁੰਦਾ ਵੀ ਕੰਧ ਜਿਹੜੀ ਇਹ ਝੂਟੇ ਲੈ ਰਹੀ ਹੈ, ਝੂਲ ਰਹੀ ਹੈ। ਉਹ ਬਚਨ ਅੱਜ ਵੀ ਕੰਮ ਕਰਦੇ ਨੇ। ਬੜੇ ਤਰਕਸ਼ੀਲਾਂ ਨੇ, ਬੜੇ ਵਿਗਿਆਨਕਾਂ ਨੇ ਜਾ ਕੇ ਉਹਦੀਆਂ ਜੜ੍ਹਾਂ ਵਿੱਚ ਵੇਖਿਆ ਵੀ ਕਿਤੇ ਥੱਲੇ ਸਪਰਿੰਗ ਤੇ ਨਹੀਂ ਲਾਏ ਹੋਏ, ਕੁਝ ਕੀਤਾ ਤੇ ਨਹੀਂ, ਪਰ ਨਹੀਂ, ਕਿਸੇ ਦੀ ਸਮਝ ਵਿੱਚ ਨਹੀਂ ਆਉਂਦਾ। ਕੰਧ ਖੜੀ ਹੋਈ ਹੈ, ਜ਼ਮੀਨ ਵਿੱਚ ਲੱਗੀ ਹੈ, ਪਰ ਜਦੋਂ ਉਹਦੇ ਉੱਤੇ ਜਾ ਕੇ 2 4 10 ਜਣੇ ਬਹਿੰਦੇ ਨੇ ਤੇ ਭਾਈ ਸਾਹਿਬ ਅਰਦਾਸ ਕਰਕੇ ਤੇ ਉਹਨੂੰ ਥੋੜਾ ਜਿਹਾ ਹੱਥ ਲਾਉਂਦੇ ਨੇ ਤੇ ਇੰਜ ਲੱਗਦਾ ਜਿਵੇਂ ਆਦਮੀ ਪੀਂਘ ਤੇ ਬੈਠਾ ਹੁੰਦਾ, ਜਿਵੇਂ ਝੂਟਦਾ ਪਿਆ। ਇਸ ਤਰ੍ਹਾਂ ਕੰਧ ਉਹ ਝੁੱਲਦੀ ਹੈ। ਇਹ ਗੁਰੂ ਕੇ ਬਚਨ ਨੇ। ਸਾਧ ਸੰਗਤ ਜੀ, ਐਵੇਂ ਨਹੀਂ, ਬੜੇ ਗੁਰੂ ਬਣੇ ਨੇ, ਸਭ ਖੁਰ ਕੇ ਵਿੱਚ ਡਿੱਗ ਪੈਣਗੇ ਇਸ ਦਰਿਆ ਦੇ, ਖਿਆਲ ਰੱਖੋ। ਗੁਰੂ ਬਹੁਤ ਨੇ ਆਪਣੇ ਆਪ ਨੂੰ ਕਹਿਣ ਵਾਲੇ ਅੱਜ ਵੀ, ਪਰ ਇਹ ਕੱਚੀ ਮਿੱਟੀ ਕਿੰਨਾ ਕੁ ਚਿਰ। 10 ਪਾਤਸ਼ਾਹੀਆਂ ਨੇ ਜਿੱਥੇ ਜਿੱਥੇ ਮੋਹਰ ਲਾ ਦਿੱਤੀ, ਅੱਜ ਤੋਂ 300 400 ਸਾਲ ਪਹਿਲਾਂ, ਉਸ ਮੋਹਰ ਨੂੰ ਕੋਈ ਪੱਟ ਕੇ ਵਿਖਾਏ, ਉਸ ਬਚਨ ਨੂੰ ਟਾਲ ਕੇ ਵਿਖਾਏ। ਤੁਹਾਡੇ ਸਾਹਮਣੇ ਸਤਿਗੁਰਾਂ ਨੇ ਕਿਹਾ ਸੀ ਮਲੇਰਕੋਟਲੇ ਦੀ ਜੜ ਰਹੇਗੀ। ਅੱਜ ਤੱਕ ਤੁਸੀਂ ਮਲੇਰਕੋਟਲੇ ਵਿੱਚੋਂ ਲੰਘੋ ਤੇ ਉੱਥੋਂ ਤੁਹਾਨੂੰ ਮੁਸਲਮਾਨ ਸੱਜਣ ਸੜਕ ਤੇ ਲੰਘਦੇ ਮਿਲਣਗੇ। ਇਹ ਗੁਰੂ ਕੇ ਬਚਨ ਨੇ ਤੇ ਪੂਰੇ ਗੁਰੂ ਦੇ ਬਚਨ ਨੇ, ਅਧੂਰਿਆਂ ਦੇ ਨਹੀਂ। ਜਿੱਥੇ ਜਿੱਥੇ ਬਚਨ ਕਰ ਦਿੱਤੇ ਅਟਲ ਹੋ ਗਏ, ਉਸੇ ਤਰ੍ਹਾਂ ਸਭ ਕੁਝ ਟਿਕ ਗਿਆ। ਤਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਨੇ ਪਿਆਰ ਨਾਲ ਪੜ੍ਹਨਾ, ਸੁਣਨਾ ਤੇ ਵਿਚਾਰਨਾ, ਉੱਥੇ 10 ਪਾਤਸ਼ਾਹੀਆਂ ਨੇ ਜਿੱਥੇ ਜਿੱਥੇ ਚਰਨ ਪਾਏ ਨੇ, ਉਹ ਥਾਂ ਤੇ ਉਹ ਘਟਨਾਵਾਂ, ਉਹ ਵੀ ਸਿੱਖ ਦੇ ਜੀਵਨ ਵਾਸਤੇ ਇੱਕ ਬਹੁਤ ਮਹੱਤਵਪੂਰਨ ਸਪੋਰਟ ਹੈ, ਆਸਰਾ ਹੈ, ਸਹਾਇਤਾ ਕਰਦਾ ਹੈ। ਤਾਂ ਇੱਥੇ ਮਿਥਿਆ ਸ਼ਬਦ ਦੇ ਅਰਥ ਨੇ ਫਿਕਸ ਕੀਤਾ ਹੋਇਆ, ਜੋ ਆਪ ਹੀ ਬਣਾਇਆ ਗਿਆ ਹੈ, ਜੋ ਸਿਰਫ ਇੱਕ ਅੰਦਾਜ਼ਨ ਹੈ, ਆਈਡੀਆ ਕੀਤਾ ਹੋਇਆ ਹੈ, ਅਸਲ ਵਿੱਚ ਸੱਚ ਨਹੀਂ ਹੁੰਦਾ। ਸਤਿਗੁਰੂ ਕਹਿੰਦੇ, ਜੋ ਕੁਝ ਤੂੰ ਆ ਮਿਥਿਆ ਰਥ ਹਸਤੀ, ਅਸੋ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਾਇਆ ਨੂੰ ਵੇਖ ਵੇਖ ਕੇ ਜੋ ਤੂੰ ਖੁਸ਼ ਹੋ ਰਿਹਾ ਹੈ, ਸਾਨੂੰ ਸਮਝਾ ਰਹੇ ਨੇ, ਇਹ ਸਾਰਾ ਕੁਝ ਤੂੰ ਐਵੇਂ ਫਿਕਸ ਹੀ ਕੀਤਾ ਹੋਇਆ, ਭਰਮ ਬਣਾਇਆ ਹੋਇਆ, ਆਪ ਉਕਰਿਆ ਹੋਇਆ ਆਪਣੇ ਵਿੱਚ, ਤਸਵੀਰਾਂ ਬਣਾਈਆਂ ਨੇ, ਅਸਲ ਵਿੱਚ ਇਹ ਹੈ ਨਹੀਂ। ਫਿਰ ਸਾਹਿਬ ਕਹਿੰਦੇ, ਮਿਥਿਆ ਧਰੋਹ ਮੋਹ ਅਭਿਮਾਨ। ਧਰੋਹ ਦਾ ਅਰਥ ਹੈ ਧੋਖਾ ਦੇਣਾ। ਕਹਿੰਦੇ ਆ ਜਿਹੜਾ ਕਈ ਵਾਰੀ ਤੂੰ ਚਲਾਕੀ ਨਾਲ ਕਿਸੇ ਨੂੰ ਧੋਖਾ ਦੇ ਕੇ ਬੜਾ ਖੁਸ਼ ਹੁੰਦਾ ਨਾ ਵੀ ਇਹਨੂੰ ਤਾਂ ਪਤਾ ਹੀ ਨਹੀਂ ਲੱਗਾ, ਮੈਂ ਲੁੱਟ ਲਿਆ ਇਸ ਨੂੰ। ਹਜ਼ੂਰ ਕਹਿੰਦੇ ਇਹ ਵੀ ਤਾਂ ਧੋਖਾ। ਕਿਹਦੇ ਤੋਂ ਤੂੰ ਲੁੱਟਿਆ? ਬਸ ਪਦਾਰਥ ਦੇ ਅਰਥ ਹੀ ਇਹ ਨੇ, ਜੋ ਥਾਂ ਬਦਲਦਾ ਰਹਿੰਦਾ, ਜੋ ਕਿਸੇ ਦਾ ਨਹੀਂ ਹੁੰਦਾ। ਨਾ ਇੱਥੇ ਪਦਾਰਥ ਕਦੀ ਵਧਿਆ ਧਰਤੀ ਤੇ, ਨਾ ਘਟਿਆ। ਇਹ ਸਾਡਾ ਭਰਮ ਹੈ ਵੀ ਹੁਣ ਪੈਸਾ ਬਹੁਤ ਹੋ ਗਿਆ ਜੀ, ਹੁਣ ਪੈਸਾ ਘਟ ਗਿਆ। ਨਾ ਵੱਧਦਾ ਨਾ ਘਟਦਾ ਹੈ ਧਰਤੀ ਤੇ। ਜ਼ਮੀਨ ਤੇ ਜੋ ਕੁਝ ਹੈ ਉਹ ਆਰੰਭ ਵਿੱਚ ਇੰਨਾ ਹੀ ਸੀ, ਹੁਣ ਵੀ ਇੰਨਾ ਹੈ। ਅਸੀਂ ਕਈ ਵਾਰੀ ਕਹਿੰਦੇ ਆ ਮੈਂ ਇੰਨਾ ਬਣਾ ਕੇ ਦੇਣਾ ਆਪਣੀ ਔਲਾਦ ਨੂੰ। ਬਣਾਉਣਾ ਕਿੱਥੇ? ਇੱਥੇ ਹੀ ਤਾਂ ਹੈ, ਇਕੱਠੇ ਹੀ ਕਰਨਾ ਕਿਤੇ, ਔਰ ਇੱਥੇ ਹੀ ਛੱਡ ਦੇਣਾ ਹੈ। ਇੰਨਾ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬੜੇ ਵੱਡੇ ਅਰਥ ਸ਼ਾਸਤਰੀ ਨੇ। ਉਹਨਾਂ ਨੇ ਕਿਹਾ ਵੀ ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ।
ਧਨ ਸਾਰਾ ਇੱਕੋ ਵਾਰੀ ਪਾ ਦਿੱਤਾ ਗਿਆ, ਇੱਥੇ ਵਾਧਾ ਘਟਦਾ ਨਹੀਂ। ਤਾਂ ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਧੋਖਾ ਦੇਣਾ ਠੀਕ ਨਹੀਂ ਹੈ, ਗਲਤ ਹੈ। ਕਹਿੰਦੇ ਮਿਥਿਆ ਧਰੋ ਮੋਹ, ਮੋਹ ਦਾ ਅਰਥ ਹੈ ਪਕੜ, ਸੰਸਾਰ ਦੀ ਪਕੜ ਵੀ ਝੂਠੀ ਹੈ। ਅਭਿਮਾਨ ਹੰਕਾਰ ਵੀ ਝੂਠਾ। ਫਿਰ ਕਹਿੰਦੇ ਮਿਥਿਆ ਆਪਸ ਉਪਰ ਕਰਤ ਗੁਮਾਨ, ਜਿੰਨੀ ਸ਼ਕਤੀ ਪਰਮਾਤਮਾ ਨੇ ਸਾਨੂੰ ਬਖਸ਼ੀ ਹੈ ਉਹਦੇ ਉੱਤੇ ਹੰਕਾਰ ਕਰਨਾ ਵੀ ਇੱਕ ਝੂਠ ਹੈ, ਇੱਕ ਗਲਤੀ ਹੈ। ਫਿਰ ਅਖੀਰ ਤੇ ਕਿਆ ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਇਹ ਤੇ ਸਾਰਾ ਕੁਝ ਅਸਥਿਰ ਦੇ ਉਲਟ ਹੈ ਨਾ ਟਿਕਣ ਵਾਲਾ। ਕੁਝ ਰਹਿਣ ਵਾਲਾ ਵੀ ਹੈ, ਕੁਝ ਟਿਕਦਾ ਵੀ ਹੈ, ਕੁਝ ਜਿਉਂਦਾ ਵੀ ਰਹਿੰਦਾ ਕਿ ਸਭ ਕੁਝ ਮਰ ਹੀ ਜਾਂਦਾ। ਸਾਹਿਬ ਕਹਿੰਦੇ ਅਸਥਿਰ ਭਗਤ ਸਾਧ ਕੀ ਸਰਨ, ਪੂਰੇ ਸਤਿਗੁਰੂ ਔਰ ਗੁਰਮੁਖਾਂ ਦੀ ਸੰਗਤ ਕਰਨੀ, ਇਹ ਹੀ ਸਥਿਰਤਾ ਹੈ, ਇਹ ਟਿਕਾ ਹੈ, ਇਹ ਸਭ ਕੁਝ ਕਾਇਮ ਰਹਿੰਦਾ ਹੈ। ਔਰ ਗੁਰੂ ਅਰਜਨ ਦੇਵ ਜੀ ਕਹਿੰਦੇ ਐਸੇ ਮਨੁੱਖ ਪਰਮਾਤਮਾ ਦੇ ਚਰਨ ਜਪ ਜਪ ਕੇ ਫਿਰ ਜਿੰਦੇ ਰਹਿੰਦੇ ਹਨ। ਆਓ ਗੁਰੂ ਅਰਜਨ ਦੇਵ ਜੀ ਦੇ ਪਿਆਰ ਵਿੱਚ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ जब लो नहीं भाग लिलारे उदय, जब लो नहीं भाग लिलारे उदय। तब लो भ्रमते फिरते बहुतायो, जपयो जिन अरजन देव गुरु, जपयो जिन अरजन देव गुरु। फिर संकट जोन फिर संकट जोन गर्भ न आयो, जपयो जिन अरजन देव गुरु, जपयो जिन अरजन देव गुरु। फिर संकट इनियां बेनतियां प्रवान करनियां, बेअंत भुल्लां दी खिमा। वाहिगुरू जी का खालसा, वाहिगुरू जी की